ਮਨੁੱਖ ਦਾ ਦਿਮਾਗ ਵਿਕਸਿਤ ਹੋਇਆ ਔਰ ਬੜੇ ਵੱਡੇ ਪੱਧਰ ਤੇ ਵਿਕਸਿਤ ਹੋਇਆ ਤਾਂ ਹੀ ਇਹ ਬਾਕੀ ਜੀਵਾਂ ਨਾਲੋਂ ਅੱਗੇ ਆ ਗਿਆ ਜੀ। ਪਰ ਇਹ ਸਾਰੀ ਜਿਹੜੀ ਕਹਾਣੀ ਹੈ ਮਨੁੱਖ ਦੇ ਦਿਮਾਗ ਦੇ ਵਿਕਾਸ ਦੀ, ਇਹ 10 ਲੱਖ ਸਾਲ ਦੀ ਕਹਾਣੀ ਜੀ ਜੀ। ਜਦੋਂ ਕਿ ਧਰਤੀ ਦੇ ਉੱਤੇ ਜੀਵਾਂ ਦੀ ਕਹਾਣੀ ਜਿਹੜੀ ਉਹ ਕਰੋੜਾਂ ਅਰਬਾਂ ਸਾਲਾਂ ਦੀ। ਦਿਮਾਗ ਦਾ ਸਾਈਜ਼ ਜਿਸਮਾਨੀ ਤੌਰ ਤੇ ਜਿੱਦਾਂ ਕਿ ਆਪਾਂ ਡਿਫਾਈਨ ਕੀਤਾ ਹੈ, ਇਹ ਵਧਣ ਦਾ ਕੀ ਅਰਥ ਲਿਆ ਜਾਂਦਾ ਹੈ? ਅਰਥ ਇਹ ਲਿਆ ਜਾਂਦਾ ਕਿ ਜੋ ਦਿਮਾਗ ਵੱਧਦਾ ਗਿਆ, ਮਨੁੱਖ ਜਿਹੜਾ ਉਹਦੇ ਕੋਲ ਬਹੁਤ ਸਾਰੇ ਉਹ ਕੰਮ ਕਰਨ ਲੱਗ ਪਿਆ ਜਿਹੜੇ ਉਹਦੇ ਪੂਰਵਜ ਨਹੀਂ ਸੀ ਕਰ ਸਕਦੇ। 10,000 ਸਾਲ ਜਿਹੜਾ ਪਿਛਲਾ ਹੈ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਪਿਛਲੇ 10,000 ਸਾਲ ਦੇ ਵਿੱਚ ਮਨੁੱਖ ਨੇ ਕੁਝ ਨਵੀਂ ਕਿਸਮ ਦੇ ਕੰਮ ਸ਼ੁਰੂ ਕੀਤੇ, ਜਿਵੇਂ ਕਿ ਅਸੀਂ ਭਾਸ਼ਾ ਬਣਾਈ। ਪਹਿਲੇ ਭਾਸ਼ਾ ਜਿਹੜੀ ਸੀ ਉਹ ਦੂਸਰੀ ਕਿਸਮ ਦੀ ਭਾਸ਼ਾ ਸੀ ਜਿਹਨੂੰ ਅਸੀਂ ਸਿੰਬਲ ਬੇਸਡ ਕਹਿੰਦੇ ਹਾਂ। ਤੇ ਜਿਵੇਂ ਕੀੜੀਆਂ ਰਲ ਕੇ ਕੰਮ ਕਰਦੀਆਂ ਤੇ ਹਰ ਇੱਕ ਛੋਟੀ ਕੀੜੀ ਦਾ ਦਿਮਾਗ ਭਾਵੇਂ ਛੋਟਾ ਹੋਵੇ ਰਲ ਕੇ ਉਹ ਵੱਡੇ ਕੰਮ ਕਰ ਲੈਂਦੀਆਂ। ਮਨੁੱਖੀ ਦਿਮਾਗ ਇੱਕ ਦੂਜੇ ਨਾਲ ਜੁੜ ਕੇ ਰਲ ਕੇ ਜਦੋਂ ਕੰਮ ਕਰਦੇ ਆ ਤੇ ਉਦੋਂ ਬਹੁਤ ਵੱਡੇ ਦਿਮਾਗ ਦੀ ਲੋੜ ਨਹੀਂ ਹੁੰਦੀ। ਪਹਿਲੇ ਵੇਖੋ ਅਸੀਂ ਲਾਇਬ੍ਰੇਰੀਆਂ ਦੀ ਕਿਤਾਬਾਂ ਤਾਂ ਹੈਗੀਆਂ ਸੀ, ਅਸੀਂ ਕਿਤਾਬਾਂ ਤੇ ਲਿਖਦੇ ਸਾਂ, ਪਰ ਹਿਸਾਬ ਕਿਤਾਬ ਮਨੁੱਖ ਹੀ ਕਰਦੀ ਸੀ। ਫਿਰ ਕੰਪਿਊਟਰ ਆ ਗਏ, ਹੁਣ ਮਨੁੱਖ ਹਿਸਾਬ ਕਿਤਾਬ ਵੀ ਨਹੀਂ ਕਰ ਰਿਹਾ। ਜੇ ਲੰਬਾ ਸਮਾਂ ਤੱਕ ਅਸੀਂ ਜਿਹੜੀਆਂ ਮਸ਼ੀਨਾਂ ਨਾਲ ਕੰਮ ਕਰਾਂਗੇ ਤੇ ਇਹਦਾ ਵੀ ਸਾਡੇ ਤੇ ਅਸਰ ਪਏਗਾ। ਪਰ ਜਿਹੜੇ ਮਨੁੱਖ ਦੇ ਪੂਰਵਜ ਸੀ ਉਹ ਪੱਕਾ ਪਤਾ ਵੀ ਅਮਰੀਕਾ ਜੀ ਉੱਥੇ ਹੀ ਮਨੁੱਖ ਬਣਿਆ ਤੇ ਉੱਥੋਂ ਫਿਰ ਉਹ ਸਾਰੀ ਦੁਨੀਆ 'ਚ ਫੈਲ ਗਿਆ। ਦੈਨਿਕ ਸਵੇਰਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਅੱਜ ਅਸੀਂ ਇੱਕ ਬੜੇ ਹੀ ਦਿਲਚਸਪ ਤੇ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਅੱਜ ਜਿਸ ਤਰ੍ਹਾਂ ਦੁਨੀਆ ਆਧੁਨਿਕਤਾ ਵੱਲ ਵੱਧਦੀ ਜਾ ਰਹੀ ਹੈ, ਪਸਾਰਾ ਹੁੰਦਾ ਜਾ ਰਿਹਾ ਹੈ, ਹਰ ਜਨ ਮਾਨਸ ਜਿਹੜਾ ਦੁਨੀਆ ਦੇ ਵਿੱਚ ਵਸਦਾ, ਭਾਵੇਂ ਕਿਸੇ ਵੀ ਕੋਨੇ 'ਚ ਵਸਦਾ ਹੋਏ, ਉਹ ਤਣਾਅ ਦਾ ਸ਼ਿਕਾਰ ਹੈ। ਉਹ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹੈ। ਭਵਿੱਖ ਦੀ ਜਿਹੜੀ ਫਿਕਰਮੰਦੀ ਹੈ ਉਹ ਪੈਦਾ ਹੁੰਦੀ ਹੈ ਕਿ ਸਾਡਾ ਅੱਜ ਸੁਰੱਖਿਅਤ ਹੈ ਕਿ ਅਸੁਰੱਖਿਅਤ ਹੈ। ਅੱਜ ਦੇ ਵਿੱਚ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਕੰਮਕਾਰ ਜ਼ਿੰਮੇਵਾਰੀਆਂ ਸਾਡੇ ਤੇ ਪਈਆਂ ਹੋਈਆਂ ਨੇ, ਅਸੀਂ ਉਹ ਨਿਭਾ ਪਾ ਰਹੇ ਹਾਂ ਜਾਂ ਸਹੀ ਤਰੀਕੇ ਨਹੀਂ ਨਿਭਾ ਪਾ ਰਹੇ। ਉੱਥੋਂ ਹੀ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਉੱਠਦੀਆਂ ਨੇ। ਮਨੁੱਖ ਜਿਹੜੀ ਪ੍ਰਜਾਤੀ ਹੈ, ਜਾਤੀ ਹੈ, ਉਹ ਅੱਜ ਤੋਂ ਜਿਹੜਾ ਹੈ ਇਸ ਪ੍ਰਿਥਵੀ ਤੇ ਨਹੀਂ ਹੈ, ਉਹ ਲੱਖਾਂ ਹਜ਼ਾਰਾਂ ਸਾਲਾਂ ਤੋਂ ਹੈ। ਤੇ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਵਿਕਾਸ ਦੇ ਨਾਲ ਨਾਲ ਇਹ ਵੀ ਨਕਾਰਾਤਮਕ ਵਿਕਾਸ ਕਰਦੀਆਂ ਵਧੀਆਂ ਨੇ। ਇਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਇੱਕ ਤਾਂ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਸਾਰੇ ਦਰਸ਼ਕਾਂ ਨੂੰ ਕਿ ਇਸ ਨੂੰ ਜ਼ਰੂਰ ਅੰਤ ਤੱਕ ਸੁਣਨਾ ਤੇ ਗੱਲਬਾਤ ਦੀ ਜਿਹੜੀ ਆਪਾਂ ਸਾਂਝ ਜਿਹੜੀ ਪਾਉਣ ਜਾ ਰਹੇ ਹਾਂ ਉਹ ਬੜੀ ਹੀ ਅਹਿਮ ਸ਼ਖਸੀਅਤ ਨੇ। ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿੱਥੇ ਬਹੁਤ ਸਾਰੇ ਦਰਸ਼ਕ ਵੀ ਸਾਡੇ ਜਿਹੜੇ ਨੇ ਆਪਣੀ ਪੜ੍ਹਾਈ ਜ਼ਰੂਰ ਉਹਨਾਂ ਨੇ ਪੂਰੀ ਕੀਤੀ ਹੋਏਗੀ, ਇਸ ਕੈਂਪਸ ਨੂੰ ਜਾਣਦੇ ਹੋਣਗੇ, ਉੱਥੋਂ ਦੇ ਜੋ ਮੌਜੂਦਾ ਵਾਈਸ ਚਾਂਸਲਰ ਨੇ ਪ੍ਰੋਫੈਸਰ ਅਰਵਿੰਦ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਮਨੁੱਖ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਹੈ, ਜ਼ਿੰਦਗੀ ਨੂੰ ਸੌਖੀ ਕਰਨ ਲਈ ਇੱਕ ਤਰੱਕੀ ਦਾ ਰਸਤਾ ਇਹ ਵੀ ਹੈ ਕਿ ਜ਼ਿੰਦਗੀ ਸੌਖੀ ਕਰਨੀ ਹੈ। ਉਸ 'ਚ ਵੱਡਾ ਜਿਹੜਾ ਹੈ ਭੂਮਿਕਾ ਜਿਹੜੀ ਵੱਡੀ ਉਹ ਅਦਾ ਕਰਦਾ ਉਹਦਾ ਦਿਮਾਗ। ਤੁਹਾਡਾ ਇੱਕ ਰਾਈਟਅਪ ਹੁਣੇ ਪ੍ਰਕਾਸ਼ਿਤ ਹੋਇਆ ਇੱਕ ਅਖਬਾਰ ਦੇ ਵਿੱਚ, ਉਸ ਨੂੰ ਵੀ ਮੇਰਾ ਵਿਚਾਰ ਬਣਿਆ ਕਿ ਜ਼ਰੂਰ ਇਸ ਤੇ ਗੱਲ ਕੀਤੀ ਜਾਏ। ਮੈਂ ਤੁਹਾਡੇ ਤੋਂ ਹੀ ਸੁਣਨਾ ਚਾਹਾਂਗਾ ਕਿ ਇਨ ਬਰੀਫ ਜਿਹੜਾ ਹੈ ਇਹ ਇਸ਼ੂ ਕੀ ਹੈ? ਦੇਖੋ ਜੀ, ਗੱਲ ਇਸ ਤਰ੍ਹਾਂ ਕਿ ਜਿਹੜਾ ਮਨੁੱਖ ਦਾ ਦੁਨੀਆ ਦੇ ਉੱਤੇ ਜਾਂ ਜਾਨਵਰਾਂ ਦੇ ਸੰਸਾਰ ਦੇ ਵਿੱਚ ਗਲਬਾ ਹੈ ਜੀ, ਇਹਦੇ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਕਿਉਂਕਿ ਮਨੁੱਖ ਦਾ ਦਿਮਾਗ ਵਿਕਸਿਤ ਹੋਇਆ ਔਰ ਬੜੇ ਵੱਡੇ ਪੱਧਰ ਤੇ ਵਿਕਸਿਤ ਹੋਇਆ ਤਾਂ ਹੀ ਇਹ ਬਾਕੀ ਜੀਵਾਂ ਨਾਲੋਂ ਅੱਗੇ ਆ ਗਿਆ ਜੀ। ਪਰ ਇਹ ਸਾਰੀ ਜਿਹੜੀ ਕਹਾਣੀ ਹੈ ਮਨੁੱਖ ਦੇ ਦਿਮਾਗ ਦੇ ਵਿਕਾਸ ਦੀ, ਇਹ 10 ਲੱਖ ਸਾਲ ਦੀ ਕਹਾਣੀ ਜੀ। ਜਦੋਂ ਕਿ ਧਰਤੀ ਦੇ ਉੱਤੇ ਜੀਵਾਂ ਦੀ ਕਹਾਣੀ ਜਿਹੜੀ ਉਹ ਕਰੋੜਾਂ ਅਰਬਾਂ ਸਾਲਾਂ ਦੀ ਹੈ। ਸੋ ਜਿਹੜਾ ਮਨੁੱਖ ਦਾ ਦਿਨ ਕਹਿ ਲਓ ਜਾਂ ਚੈਪਟਰ ਕਹਿ ਲਓ, ਇਹ ਬੜਾ ਛੋਟਾ ਜਿਹਾ 10 ਲੱਖ ਸਾਲ ਦਾ ਹੈ। 10 ਲੱਖ ਸਾਲ ਤੋਂ ਜਦੋਂ ਮਨੁੱਖ ਅੱਗੇ ਵਧਣਾ ਸ਼ੁਰੂ ਹੋਇਆ ਤੇ ਉਹਦੇ ਹੱਥ ਵਾਪਰ ਆਏ, ਜੋ ਵੀ ਇੱਕ ਲੰਬੀ ਕਹਾਣੀ ਹੈ ਕਿ ਦਿਮਾਗ ਦਾ ਜਿਹੜਾ ਆਕਾਰ ਹੈ ਉਹ ਲਗਾਤਾਰ ਉਹਦੇ ਵਿੱਚ ਵਾਧਾ ਹੋਇਆ। ਤੇ ਪਹਿਲਾਂ ਸੇਬ ਦੇ ਆਕਾਰ ਦਾ ਦਿਮਾਗ ਸੀ ਸਾਡੇ ਪੂਰਵਜਾਂ ਦਾ 10 ਲੱਖ ਸਾਲ ਪਹਿਲੇ, ਉਸ ਤੋਂ ਵਾਧਾ ਹੁਣੇ ਲਗਭਗ ਲੀਟਰ, ਸਵਾ ਲੀਟਰ ਤੱਕ ਦਿਮਾਗ ਦੀ ਵਾਲੀਅਮ ਗਿਣੀ ਜਾਂਦੀ ਹੈ। ਗ੍ਰਾਮਾਂ ਚਾਹੀਏ ਤਾਂ ਗ੍ਰਾਮ, ਸਵਾ ਲੀਟਰ ਮਤਲਬ ਭਾਈਆ ਤੋਂ ਉੱਠਦਾ ਕਿਲੋ, ਸਵਾ ਕਿਲੋ ਤੱਕ ਆ ਗਿਆ। ਹੁਣ ਸਵਾ ਕਿਲੋ ਸਾਡਾ ਜਿਹੜੀ ਖੋਪੜੀ ਹੈ ਇਹਦੇ ਅੰਦਰ ਦਿਮਾਗ ਹੈ। ਹਾਂਜੀ ਜੀ। ਔਰ ਇਸ ਸਮੇਂ ਦੇ ਵਿੱਚ ਹੀ ਅਸੀਂ ਸੰਦ ਬਣਾਏ, ਅਸੀਂ ਹੋਰ ਬਹੁਤ ਸਾਰੇ ਚੀਜ਼ਾਂ ਬਣਾਈਆਂ, ਦੁਨੀਆ 'ਚ ਅੱਗੇ ਵਧੇ। ਇਹ ਜਿਸਮਾਨੀ ਤੌਰ ਦੇ ਉੱਤੇ ਆਕਾਰ ਵਧਿਆ
ਹਾਂਜੀ, ਜਿਸਮਾਨੀ ਤੌਰ ਤੇ ਜਦੋਂ ਵੱਧਦਾ ਹੈ ਤੇ ਦਿਮਾਗ ਦੇ ਅੰਦਰ ਨਿਊਰੋਨ ਹੁੰਦੇ, ਉਹਨਾਂ ਦੇ ਕਨੈਕਸ਼ਨ ਹੁੰਦੇ, ਸਿਰਫ ਜਿਸਮਾਨੀ ਤੌਰ ਤੇ ਨਹੀਂ ਵੱਧਦਾ, ਉਹ ਬੌਧਿਕ ਤੌਰ ਤੇ ਵੀ ਨਾਲ ਹੀ ਵੱਧਦਾ ਹੈ, ਕਿਉਂਕਿ ਦਿਮਾਗ ਨੇ ਕਿਹੜਾ ਕੋਈ ਸਮਾਨ ਖਿੱਚਣਾ ਹੈ, ਦਿਮਾਗ ਨੇ ਤੇ ਬੌਧਿਕ ਕੰਮ ਹੀ ਕਰਨਾ ਹੈ। ਜਦੋਂ ਉਹਦਾ ਆਕਾਰ ਵੱਧਦਾ ਤੇ ਉਹਦੀ ਬੌਧਿਕ ਕੰਮ ਕਰਨ ਦੀ ਜਿਹੜੀ ਹੈਗੀ ਹੈ क्षमता ਉਹ ਮੈਂ ਥੋੜਾ ਜਿਹਾ ਹੋਰ ਇਹਨੂੰ ਸਰਲਤਾ ਵੱਲ ਲੈ ਕੇ ਜਾਣਾ ਚਾਹੁੰਦਾ ਸੀ ਕਿ ਅਸੀਂ ਦਿਮਾਗ ਦੀ ਗੱਲ ਕਰ ਰਹੇ ਹਾਂ, ਵੈਸੇ ਤਾਂ ਆਪਾਂ ਕਹਿ ਦਿੰਦੇ ਆ ਕਿ ਇਸ ਬੰਦੇ 'ਚ ਬਹੁਤ ਦਿਮਾਗ ਹੈ, ਇਸ ਢੇਲਾ ਵੀ ਦਿਮਾਗ ਨਹੀਂ ਹੈਗਾ। ਮੈਂ ਜਿਸਮਾਨੀ ਤੌਰ ਤੇ ਕਹਿਣ ਦਾ ਮੇਰਾ ਮਤਲਬ ਸੀ ਕਿ ਜੋ ਬੋਡੀ ਦੇ ਵਿੱਚ ਹਾਂਜੀ ਬਿਲਕੁਲ ਉਹਦੀ ਸਕਲ ਹੈ, ਸਕਲ ਦੇ ਅੰਦਰ ਨਿਊਰੋਨ ਕਹਿ ਰਹੇ ਹੋ ਕਿ ਅਸੀਂ ਕਿੰਨੇ ਨਿਊਰੋਨ ਆ, ਟ੍ਰਿਲੀਅਨ ਨਿਊਰੋਨ ਆ ਕਿ ਮਿਲੀਅਨ ਨਿਊਰੋਨ ਆ, ਉਹ ਨਿਊਰੋਨ ਵਾਲੀਅਮ ਤੇ ਨਿਰਭਰ ਕਰਦੇ ਆ, ਜਿੰਨੇ ਵੱਧ ਉਹ ਚ ਨਿਊਰੋਨ ਜਾਂ ਜਿੰਨੀ ਵੱਧ ਦਿਮਾਗ ਦਾ ਸਾਈਜ਼ ਜਿਸਮਾਨੀ ਤੌਰ ਤੇ ਜਿੱਦਾਂ ਕਿ ਆਪਾਂ ਡਿਫਾਈਨ ਕੀਤਾ ਹੈ, ਇਹ ਵਧਣ ਦਾ ਕੀ ਅਰਥ ਲਿਆ ਜਾਂਦਾ ਹੈ? ਅਰਥ ਇਹੀ ਲਿਆ ਜਾਂਦਾ ਕਿ ਜਿਉਂ-ਜਿਉਂ ਦਿਮਾਗ ਵੱਧਦਾ ਗਿਆ, ਮਨੁੱਖ ਜਿਹੜਾ ਉਹਦੇ ਕੋਲ ਉਹ ਬਹੁਤ ਸਾਰੇ ਉਹ ਕੰਮ ਕਰਨ ਲੱਗ ਪਿਆ ਜਿਹੜੇ ਉਹਦੇ ਪੂਰਵਜ ਨਹੀਂ ਸੀ ਕਰ ਸਕਦੇ, ਤੇ ਉਹਦਾ ਗਲਬਾ ਵੱਧਦਾ ਗਿਆ, ਉਹਦੀ ਆਬਾਦੀ ਵੱਧਦੀ ਗਈ, ਉਹ ਦੁਨੀਆ ਦੇ ਵਿੱਚ ਫੈਲ ਗਿਆ। ਯਾਨੀ ਕਿ ਦਿਮਾਗ ਦਾ ਜਿਸਮਾਨੀ ਤੌਰ ਤੇ ਸਾਈਜ਼ ਵਧਣ ਦਾ ਮਤਲਬ ਕਿ ਮਨੁੱਖ ਪ੍ਰਗਤੀ ਕਰ ਰਿਹਾ ਹੈ ਬੌਧਿਕ ਤੌਰ ਤੇ। ਇਹ ਤੇ ਪਾਵਾਂਗੇ ਨਾ ਆਪਾਂ ਏਡੀ ਚ ਨਾ ਇਸ ਗੱਲ ਨੂੰ ਜੋੜੀਏ, ਮੈਨੂੰ ਆਪਣੀ ਗੱਲ ਪਹਿਲੇ ਪੂਰੀ ਕਰ ਲੈਣ। ਜੀ ਪਲੀਜ਼। ਸੋ ਦਿਮਾਗ ਦਾ ਜਿਹੜਾ ਆਕਾਰ ਵੱਧਦਾ ਗਿਆ ਤੇ ਇਹਨੂੰ ਤਰੱਕੀ ਨਾਲ ਹੀ ਜੋੜਿਆ ਜਾਂਦਾ ਹੈ। ਬਹੁਤ ਸਾਰੀ ਉਸ ਸਮੇਂ ਦੇ ਵਿੱਚ ਵੱਖਰੀ ਕਿਸਮ ਦੀ ਡਿਵੈਲਪਮੈਂਟ ਹੋਈ, ਮਨੁੱਖ ਅੱਗੇ ਵਧਿਆ, ਉਹਦਾ ਗਲਬਾ ਵੀ ਵਧਿਆ। ਫਿਰ ਲਗਭਗ ਲੱਖ ਸਾਲ ਤੋਂ ਪਹਿਲੇ ਤੋਂ ਫਿਰ ਦਿਮਾਗ ਵਿੱਚ ਹੋਰ ਵਾਧੇ ਦੀ ਲੋੜ ਨਹੀਂ ਹੋਏਗੀ, ਲੋੜ ਅੱਗੇ ਦਿਮਾਗ ਦਾ ਵਾਧਾ ਨਹੀਂ ਹੋਇਆ। ਇੱਕ ਨਾਲ ਗੱਲ ਹੋਰ ਵੀ ਜ਼ਰੂਰੀ ਸਮਝਣ ਵਾਲੀ ਹੈ ਕਿ ਮਨੁੱਖ ਦੇ ਵਿੱਚ ਸਾਡੇ ਇੰਨਾ ਸਰੀਰ ਹੈ, ਸਿਰਫ 2% ਦਿਮਾਗ ਹੈ, ਪਰ ਉਹ 30% ਊਰਜਾ ਖਾ ਜਾਂਦਾ ਹੈ। ਮਤਲਬ ਇਹ ਹੈ ਵੀ ਵੱਡਾ ਦਿਮਾਗ ਰੱਖਣਾ ਕਿਸੇ ਵੀ ਜੀਵ ਲਈ ਸੌਖਾ ਕੰਮ ਨਹੀਂ ਹੈ, ਉਹਦੇ ਨਾਲ ਉਹਨੂੰ ਖੁਰਾਕ ਜਟਾਉਣੀ ਪਊਗੀ। ਇਸ ਕਰਕੇ ਜੇ ਦਿਮਾਗ ਵੱਡਾ ਹੈ ਤੇ ਫਿਰ ਸਾਨੂੰ ਉਹਨੂੰ ਸਾਂਭਣਾ ਵੀ ਪਊਗਾ। ਇਸ ਕਰਕੇ ਸਾਂਭ ਸੰਭਾਲ ਦੇ ਉੱਤੇ ਕੰਮ ਹੁੰਦਾ, ਊਰਜਾ ਲੱਗਦੀ ਹੈ। ਸੋ ਜੇ ਅਸੀਂ ਵੱਡੇ ਦਿਮਾਗ ਨਾਲ ਜਿਹੜਾ ਕੰਮ ਜੇ ਉਹ ਛੋਟੇ ਨਾਲ ਕਰ ਸਕੀਏ ਤੇ ਦਿਮਾਗ ਛੋਟਾ ਰੱਖਣਾ ਸੌਖਾ ਹੈ, ਪਹਿਲੇ ਤੇ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ। ਫਿਰ ਲਗਭਗ ਦਿਮਾਗ ਦਾ ਜਿਹੜਾ ਆਕਾਰ ਹੈ ਉਹ ਉਨਾ ਕੀ ਰਹਿੰਦਾ ਹੈ ਤੇ ਮਨੁੱਖ ਅੱਗੇ ਵੱਧਦਾ ਰਹਿੰਦਾ ਹੈ ਪਿਛਲੇ 1 ਲੱਖ ਸਾਲ 'ਚ। ਪਰ 10,000 ਸਾਲ ਜਿਹੜਾ ਪਿਛਲਾ ਹੈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਪਿਛਲੇ 10,000 ਸਾਲ ਦੇ ਵਿੱਚ ਮਨੁੱਖ ਨੇ ਕੁਝ ਨਵੀਂ ਕਿਸਮ ਦੇ ਕੰਮ ਸ਼ੁਰੂ ਕੀਤੇ, ਜਿਵੇਂ ਕਿ ਅਸੀਂ ਭਾਸ਼ਾ ਬਣਾਈ। ਪਹਿਲੇ ਭਾਸ਼ਾ ਜਿਹੜੀ ਸੀ ਉਹ ਦੂਸਰੀ ਕਿਸਮ ਦੀ ਭਾਸ਼ਾ ਸੀ, ਜਿਹਨੂੰ ਅਸੀਂ ਸਿੰਬਲ ਬੇਸਡ ਕਹਿੰਦੇ ਆ, ਸੰਕੇਤ। ਹਾਂਜੀ, ਅਸੀਂ ਗ੍ਰਾਮਰ ਵਾਲੀ, ਵਿਆਕਰਣ ਵਾਲੀ ਭਾਸ਼ਾ ਬਣਾਈ, ਜਿਹਦੇ 'ਚ ਗੱਲਬਾਤ ਕਰਨੀ ਆਸਾਨ, ਜਿਹਦੇ 'ਚ ਥੋੜੇ ਸ਼ਬਦਾਂ ਨਾਲ ਨੂੰ ਵਰਤ ਕੇ ਉਹਨਾਂ ਨੂੰ ਅੱਗੇ ਪਿੱਛੇ ਲਾ ਕੇ ਅਸੀਂ ਇੱਕ ਦੂਜੇ ਦੀ ਗੱਲ ਸਮਝ ਸਕਦੇ ਹਾਂ। ਇਹਦੇ ਨਾਲ ਹੀ ਅਸੀਂ ਇੱਕ ਹੋਰ ਕੰਮ ਸ਼ੁਰੂ ਕੀਤਾ ਕਿ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਨੂੰ ਪੱਥਰਾਂ 'ਤੇ ਲਿਖਣਾ, ਸਾਰੀ ਚੀਜ਼ ਦਿਮਾਗ 'ਚ ਰੱਖਣ ਦੀ ਲੋੜ ਨਹੀਂ ਹੈ, ਅਸੀਂ ਜਿਹੜੀ ਸੂਚਨਾ ਹੈ ਉਹਨੂੰ ਬਾਹਰ ਵੀ ਰੱਖ ਸਕਦੇ ਹਾਂ। ਸੋ ਇਹਨਾਂ ਗੱਲਾਂ ਕਰਕੇ ਜਿਹੜੇ ਰਲ ਕੇ ਕੰਮ ਕਰਨ ਦਾ ਜਿਹੜਾ ਮਨੁੱਖ ਦੀ ਬਿਰਤੀ ਸੀ ਉਹ ਸੌਖੀ ਹੋ ਗਈ। ਜੋ ਰਲ ਕੇ ਕੰਮ ਕਰਨਾ ਹੈ ਤੇ ਆਪਾਂ ਇੱਕ ਨੋਟ ਐਕਸਚੇਂਜ ਕਰਨਾ ਹੈ, ਲਿਖ ਕੇ ਦਿੱਤਾ ਜਾ ਸਕਦਾ ਹੈ, ਸੂਚਨਾ ਜਿਹੜੀ ਉਹ ਵੱਖ-ਵੱਖ ਢੰਗਾਂ ਨਾਲ ਇੱਕ ਦੂਜੇ ਨੂੰ ਦਿੱਤੀ ਜਾ ਸਕਦੀ ਹੈ। ਸੋ ਜਿਹੜਾ ਦਿਮਾਗ ਦੇ ਉੱਤੇ ਬੋਝ ਸੀ ਉਹ ਘਟ ਗਿਆ। ਦਿਮਾਗ ਤੇ ਜਦੋਂ ਬੋਝ ਘਟਿਆ ਤੇ ਮਨੁੱਖ ਦਾ ਦਿਮਾਗ ਸਗੋਂ ਅੱਗੇ ਨਾਲੋਂ ਥੋੜਾ ਜਿਹਾ ਸੁੰਗੜ ਗਿਆ, ਤੇ ਉਹ ਸੁੰਗੜਾ ਦਾ ਜਿਹੜਾ ਕਾਰਨ ਹੈ, ਇਹਦਾ ਮਤਲਬ ਕਿ ਥੋੜੇ ਦਿਮਾਗ ਨਾਲ ਮਨੁੱਖ ਉਹ ਸਾਰੇ ਕੰਮ ਕਰਨ ਦੇ ਕਾਬਿਲ ਹੋ ਗਿਆ ਜਿਹਦੇ ਵਾਸਤੇ ਪਹਿਲਾਂ ਵੱਡੇ ਦਿਮਾਗ ਦੀ ਲੋੜ ਪੈਂਦੀ ਸੀ। ਯਾਨੀ ਕਿ ਉਹਨੇ ਦਿਮਾਗ ਨੂੰ ਜੋ ਕੰਮ ਸੀ ਉਹ ਵੰਡ ਲਏ ਆਪਣੀ ਸਿਆਣਪ ਨਾਲ। ਦਿਮਾਗ ਦੇ ਅੰਦਰ ਵੀ ਨਹੀਂ ਵੰਡੇ, ਬੰਦਿਆਂ ਦੇ ਵਿੱਚ ਵੰਡ ਲਏ, ਤੇ ਕਿਉਂਕਿ ਡੈਲੀਗੇਟ ਕਰਤਾ ਔਰ ਕਿਉਂਕਿ ਉਹ ਆਪਸ ਦੇ ਵਿੱਚ ਜਿਹੜੇ ਸੰਬੰਧ ਸੀ, ਗੱਲਬਾਤ ਕਰਨੀ ਆਸਾਨ ਹੋ ਗਈ, ਕਾਪੀਆਂ ਆ ਗਈਆਂ, ਲਾਇਬ੍ਰੇਰੀਆਂ ਆ ਗਈਆਂ, ਬਾਅਦ ਚ ਹੋਰ ਬਹੁਤ ਕੁਝ ਆ ਗਿਆ। ਤਾਂ ਇਸ ਸਮੇਂ ਦੇ ਵਿੱਚ ਹੀ ਖੇਤੀ ਸ਼ੁਰੂ ਹੋਈ। ਖੇਤੀ ਦੇ ਨਾਲ ਇਹ ਵੀ ਸ਼ੁਰੂ ਹੋ ਗਿਆ ਵੀ ਜੇ ਖੇਤੀ ਦੇ ਵੀ ਕੈਲੰਡਰ ਬਣੇ, ਆਪਾਂ ਨੂੰ ਹਮੇਸ਼ਾ ਦਿਮਾਗ 'ਚ ਯਾਦ ਰੱਖਣਾ ਵੀ ਹੁਣ ਭਲਾ ਕਿਹੜਾ ਮੌਸਮ ਆ, ਕੀ ਬੀਜਣਾ, ਉਹਦੇ ਹਿਸਾਬ ਕਿਤਾਬ ਦਾ ਤਰੀਕਾ ਬਣ ਗਿਆ। ਅਸੀਂ ਹਿਸਾਬ ਕਿਤਾਬ ਵੀ ਰੱਖਣਾ ਸ਼ੁਰੂ ਕਰਤਾ, ਹਿਸਾਬ ਕਿਤਾਬ ਬਣ ਗਿਆ, ਅੱਖਰ ਬਣ ਗਏ, ਹਿੰਸੇ ਬਣ ਗਏ। ਇਹ ਸਾਰੇ ਦੇ ਨਾਲ ਮਨੁੱਖ ਨੂੰ ਆਪਣਾ ਕੰਮ ਕਰਨਾ ਉਹਦੇ ਲਈ ਆਸਾਨ ਹੋ ਗਿਆ। ਪਰ ਇਹ ਰਲ ਕੇ ਕੰਮ ਕਰਨ ਦੀ ਬਿਰਤੀ ਚੋਂ ਪੈਦਾ ਹੋਇਆ, ਇਕੱਲੇ ਮਨੁੱਖ ਲਈ ਨਹੀਂ। ਪਰ ਇਹ ਵੀ ਮਨੁੱਖੀ ਦਿਮਾਗ ਦੀ ਉਪਜ ਹੈ ਕਿ ਕੰਮ ਡੈਲੀਗੇਟ ਦਿਮਾਗ ਦੀ ਹੀ ਉਪਜ ਹੈ, ਉਸ ਦਿਮਾਗ ਦੀ ਉਪਜ ਹੈ ਜਿਹੜਾ ਪਿਛਲੇ 1 ਸਾਲ 'ਚ ਵਧਿਆ। ਤੇ ਪਰ ਬਾਅਦ ਵਿੱਚ ਜਿਹੜੀ ਰੌਚਕ ਗੱਲ ਜਿਹੜੀ ਇਹ ਖੋਜ ਦੇ ਉੱਤੇ ਮੈਂ ਆਰਟੀਕਲ ਲਿਖਿਆ ਹੈ, ਜਿਹੜਾ ਪਿਛਲੇ ਹੁਣ ਸਾਇੰਸਦਾਨ ਨੇ, ਮੇਰਾ ਆਪਣਾ ਵਿਸ਼ਾ ਤੇ ਨਹੀਂ ਹੈ ਪਰ ਮੈਨੂੰ ਇਹ ਬਹੁਤ ਵਧੀਆ ਲੱਗਾ ਜਿਹੜਾ ਕੰਮ ਪਿਛਲੇ ਵਿਗਿਆਨੀਆਂ ਨੇ ਕੀਤਾ ਹੈ ਵੀ ਜਿਵੇਂ ਕੀੜੀਆਂ ਰਲ ਕੇ ਕੰਮ ਕਰਦੀਆਂ ਨੇ, ਤੇ ਹਰ ਇੱਕ ਛੋਟੀ ਕੀੜੀ ਦਾ ਦਿਮਾਗ ਭਾਵੇਂ ਛੋਟਾ ਹੋਵੇ, ਰਲ ਕੇ ਉਹ ਵੱਡੇ ਕੰਮ ਕਰ ਲੈਂਦੀਆਂ ਨੇ। 10 ਕੀੜੀਆਂ ਰਲ ਗਈਆਂ ਤਾਂ 10 ਦਿਮਾਗ ਮਿਲ ਗਏ। ਅੱਜ ਦੇ ਜ਼ਮਾਨੇ 'ਚ ਜਿਹੜੇ ਤੁਹਾਡੇ ਸੁਪਰ ਕੰਪਿਊਟਰ ਵੀ ਹੈ, ਉਹ ਛੋਟੇ ਕੰਪਿਊਟਰਾਂ ਨੂੰ ਰਲਾ ਕੇ ਬਣਾਏ ਜਾਂਦੇ ਆ, ਇੱਕ ਬਹੁਤ ਵੱਡਾ ਕੰਪਿਊਟਰ ਨਹੀਂ ਬਣਾਇਆ ਜਾਂਦਾ। ਸੋ ਇਸੇ ਤਰ੍ਹਾਂ ਹੀ ਮਨੁੱਖੀ ਦਿਮਾਗ ਇੱਕ ਦੂਜੇ ਨਾਲ ਜੁੜ ਕੇ ਰਲ ਕੇ ਜਦੋਂ ਕੰਮ ਕਰਦੇ ਆ ਤੇ ਉਦੋਂ ਬਹੁਤ ਵੱਡੇ ਦਿਮਾਗ ਦੀ ਲੋੜ ਨਹੀਂ ਰਹਿੰਦੀ। ਇਹ ਨਵੀਂ ਖੋਜ ਹੈ ਜਿਹੜੀ ਮੈਂ ਆਪਣੇ ਲੇਖ ਵਿੱਚ ਲਿਖੀ ਹੈ। ਔਰ ਇਹਦੇ ਤੋਂ ਜਿਹੜੀ ਸਿੱਖਿਆ ਲੈਣ ਦੀ ਲੋੜ ਹੈ ਉਹ ਹੋਰ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਅਸੀਂ ਵਨ ਅਗੇਂਸਟ ਦਾ ਅਦਰ, ਹਮੇਸ਼ਾ ਅਸੀਂ ਮੁਕਾਬਲਿਆਂ ਦੀ ਗੱਲ ਕਰਦੇ ਹਾਂ, ਫਸਟ ਆਉਣ ਦੀ ਗੱਲ ਕਰਦੇ ਹਾਂ। ਸਗੋਂ
ਮਨੁੱਖ ਦਾ ਵਿਕਾਸ ਹੋਇਆ ਹੈ ਰਲ ਕੇ ਕੰਮ ਕਰਨ 'ਚ। ਸੋ ਸਾਨੂੰ ਆਪਣੀ ਜਿਹੜੀ ਪੜ੍ਹਨ ਪੜ੍ਹਾਉਣ ਦੇ ਤਰੀਕੇ ਆ, ਜੀਵਨ ਨੂੰ ਜੀਣ ਦੇ ਤਰੀਕੇ ਆ, ਉਹਨਾਂ ਨੂੰ ਇੱਧਰ ਨੂੰ ਲੈ ਕੇ ਜਾਣਾ ਚਾਹੀਦਾ ਕਿ ਵੱਧ ਤੋਂ ਵੱਧ ਕੰਮ ਜਿਹੜੇ ਆ ਉਹ ਰਲ ਕੇ ਕੀਤੇ ਜਾਣ, ਤੇ ਉਹਦੇ ਵਿੱਚ ਇੱਕ ਜਿਹਨੂੰ ਕਹਿੰਦੇ ਨਾ ਵੀ ਜਿਸ ਤਰ੍ਹਾਂ ਇੱਕ ਗਰੁੱਪ ਰਲ ਕੇ ਕੰਮ ਕਰਦਾ ਹੈ, ਉਹ ਬਿਰਤੀ ਵਾਪਸ ਲਿਆਂਦੀ ਜਾਵੇ। ਵੀਸੀ ਸਾਹਿਬ, ਮੈਂ ਥੋੜਾ ਜਿਹਾ ਸਵਾਲ ਮੇਰਾ ਰੌਚਕ ਹੈ। ਤੁਸੀਂ ਹੈੱਡ ਕਰ ਰਹੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ, ਤੇ ਅਸੀਂ ਕਹਿ ਰਹੇ ਹਾਂ ਕਿ ਮੁਕਾਬਲੇਬਾਜ਼ੀ ਕੰਪੀਟੀਸ਼ਨ ਦੀ ਬਜਾਏ ਰਲ ਕੇ ਕੰਮ ਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ। ਸਟੂਡੈਂਟ ਤਾਂ ਕਦੇ ਆਪਣੇ ਨੋਟਿਸ ਵੀ ਨਹੀਂ ਐਕਸਚੇਂਜ ਕਰਦੇ, ਨੋਟਸ ਵੀ ਨਹੀਂ ਐਕਸਚੇਂਜ ਕਰਦੇ, ਜਾਂ ਉਹਨਾਂ ਨੂੰ ਕਿ ਮੈਂ ਇੰਨੇ ਨੰਬਰ ਲਵਾਂਗਾ ਤਾਂ ਮੈਂ ਇਸ ਤੋਂ ਪ੍ਰਥਮ ਆਊਂਗਾ ਤਾਂ ਮੈਂ ਅੱਗੇ ਵਧੂੰਗਾ। ਕਿਉਂਕਿ ਅਸੀਂ ਇਹ 200 ਸਾਲ 'ਚ ਜ਼ਿਆਦਾ ਇਹ ਕੰਮ ਸ਼ੁਰੂ ਕੀਤਾ ਹੈ ਜੀ, ਤੇ ਇਸੇ ਕਰਕੇ ਸਾਨੂੰ ਹੁਣ ਸਮਝਣ ਦੀ ਲੋੜ ਆ ਕਿ ਕੀ ਅਸੀਂ ਸਮਾਜ ਨੂੰ ਸਹੀ ਪਾਸੇ ਖੜ ਰਹੇ ਹਾਂ। ਇੱਥੇ ਮੈਂ ਗੱਲ ਇਹ ਆ ਵੀ ਇਹ ਸਾਰਾ ਜਿਹੜਾ ਸਿਸਟਮ ਤੁਸੀਂ ਕਹਿ ਰਹੇ ਹੋ, ਇਹ ਨਹੀਂ ਸਾਨੂੰ ਮੇਰੇ ਖਿਆਲ ਭਾਵੇਂ ਯੂਨੀਵਰਸਿਟੀ ਆਪਣੀ ਸਮੱਸਿਆਵਾਂ ਇਸ 200-250 ਸਾਲਾਂ ਦੇ ਇਸ ਸਿਸਟਮ ਨੂੰ ਉਪਜ ਕੇ ਇਸ ਚੋਂ ਹੀ ਪਨਪੀਆਂ ਨੇ। ਮਤਲਬ ਬਿਲਕੁਲ ਇਸੇ ਤਰ੍ਹਾਂ ਇਹ ਕੱਲ, ਕਿਉਂਕਿ ਇਹਦੇ ਨਾਲ ਇੱਕ ਵੀ ਗੱਲ ਸਾਬਤ ਹੁੰਦੀ ਹੈ ਵੀ ਜੇ ਮਨੁੱਖ ਪਹਿਲਾਂ ਇੱਕ ਦੂਜੇ ਨਾਲ ਜ਼ਿਆਦਾ ਜੁੜੇ ਹੁੰਦੇ ਸੀ ਤੇ ਉਹਨਾਂ ਵਿੱਚ ਇੰਨੀਆਂ ਮਾਨਸਿਕ ਪਰੇਸ਼ਾਨੀਆਂ ਇਹ ਸਭ ਵੀ ਨਹੀਂ ਸੀ ਹੁੰਦੀਆਂ। ਹੁਣ ਕਿਉਂਕਿ ਮਨੁੱਖ ਨੇ ਆਪਣੇ ਆਪ ਨੂੰ ਮੁਕਾਬਲੇ 'ਚ ਜ਼ਿਆਦਾ ਲੈ ਆਂਦਾ ਹੈ ਤੇ ਕੱਲੇ ਮਨੁੱਖ ਨੂੰ ਆਪਣਾ ਹੀ ਇੱਕ ਸੰਸਾਰ ਦਿਸਣ ਲੱਗ ਪਿਆ ਹੈ ਵੀ ਮੈਂ ਇਸ ਤੋਂ ਬਿਹਤਰ ਹੋਣਾ, ਉਹਨੂੰ ਮਾਨਸਿਕ ਪਰੇਸ਼ਾਨੀਆਂ ਵੀ ਜ਼ਿਆਦਾ ਆ ਰਹੀਆਂ, ਕਿਉਂਕਿ ਜਿਹੜਾ ਮਨੁੱਖ ਦਾ ਖਾਸਾ ਹੈ ਜੀ ਉਹ ਕੱਲੇ ਰਹਿਣ ਵਾਲਾ ਨਹੀਂ ਹੈ। ਹਾਂ, ਮਨੁੱਖ ਇਕੱਠੇ ਰਹਿਣਾ ਪਸੰਦ ਕਰਦੇ, ਸਮੂਹ 'ਚ ਰਹਿਣਾ ਪਸੰਦ ਕਰਦੇ। ਉਹ ਸਮੂਹ ਅਸੀਂ ਤੋੜ ਲਿਆ ਹੈ। ਸੋ ਇਸ ਖੋਜ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਮੂਹ 'ਚ ਰਹਿ ਕੇ ਮਨੁੱਖ ਨੇ ਉਹ ਕੰਮ ਕੀਤੇ ਹੈ ਜਿਨ੍ਹਾਂ ਕਰਕੇ ਅੱਜ ਉੱਥੇ ਪਹੁੰਚਿਆ ਜਿੱਥੇ ਪਹੁੰਚਿਆ ਹੋਇਆ ਹੈ ਜੀ। ਸੋ ਇਹ ਸਮੂਹਿਕ ਕੰਮਾਂ ਨੂੰ ਫਿਰ ਅੱਗੇ ਲਿਆਉਣ ਦੀ ਲੋੜ ਹੈ। ਇਹ ਮੈਂ ਨਹੀਂ ਕਹਿੰਦਾ ਮੁਕਾਬਲੇ ਨਹੀਂ ਕਰਾਉਣੇ ਚਾਹੀਦੇ ਜੀ, ਜਿਹੜੀ ਉਹ ਆਪਣੇ ਥਾਂ ਤੇ ਉਹਦਾ ਹੈ, ਪਰ ਕਿੰਨੇ ਕੁ ਕਰਾਉਣੇ ਚਾਹੀਦੇ ਆ ਤੇ ਕਿੰਨੇ ਕੁ ਸਮੂਹਿਕ ਕੰਮ ਕਰਾਉਣੇ ਚਾਹੀਦੇ ਆ, ਕਰਨੇ ਚਾਹੀਦੇ ਆ, ਇਹਦੇ ਬਾਰੇ ਦੁਬਾਰਾ ਵਿਚਾਰ ਕਰਨ ਦੀ ਲੋੜ। ਮੈਂ ਥੋੜਾ ਜਿਹਾ ਦੁਬਾਰਾ ਫਿਰ ਟੈਕਨੀਕੈਲਿਟੀਜ਼ ਵੱਲ ਪਰਤਣਾ ਚਾਹੁੰਦਾ। ਆਪਾਂ ਕਹਿ ਰਹੇ ਹਾਂ ਕਿ ਕੋਈ ਪਾਈਆਕ ਦੇ ਦਿਮਾਗ ਦਾ ਜੋ ਸਾਈਜ਼ ਸੀ ਉਹ 10 ਲੱਖ ਸਾਲਾਂ 'ਚ ਵੱਧ ਕੇ ਹੁਣ 1.25 ਕਿਲੋ ਦੇ ਕਰੀਬ ਮਨੁੱਖ ਦੀ ਖੋਪੜੀ, ਜਿਹੜਾ ਦਿਮਾਗ ਇੱਕ ਆਮ ਮਨੁੱਖ ਦੀ, ਉਹ ਕਰੀਬ ਕਿਲੋ ਤੋਂ 1.25 ਕਿਲੋ ਦਾ ਹੈ। ਤੇ ਉਸ ਦਾ ਹੁਣ ਜਿਹੜਾ ਅਸਰ ਪੈਂਦਾ ਉਹਦੀ ਜ਼ਿੰਦਗੀ ਤੇ, ਉਹ ਆਪਾਂ ਥੋੜਾ ਜਿਹਾ ਡਿਸਕ੍ਰਾਈਬ ਕੀਤਾ ਹੈ। ਪਰ ਅਸਲ ਦੇ ਵਿੱਚ ਜਿਸ ਤਰ੍ਹਾਂ ਅੱਜ ਆਪਾਂ ਜਿਸ ਸਥਿਤੀ 'ਚੋਂ ਗੁਜ਼ਰ ਰਹੇ ਹਾਂ, ਜਿੰਨਾ ਕੁ ਤਣਾਅ ਅੱਜ ਹੈ, ਉਹ ਇੰਨੇ ਵੱਡੇ ਦਿਮਾਗ ਨਾਲ ਵੀ ਅਸੀਂ ਜਿਹੜਾ ਹੈ ਨਹੀਂ ਉਸ ਚੀਜ਼ 'ਚੋਂ ਨਿਕਲ ਪਾ ਰਹੇ। ਨਹੀਂ, ਖੈਰ ਉਹਦਾ ਮੇਰਾ ਖਿਆਲ ਕਾਰਨ ਸਮਾਜਿਕ ਜ਼ਿਆਦਾ ਹੈ, ਮਤਲਬ ਜੀਵ ਵਿਗਿਆਨਕ ਨਾਲੋਂ ਸਮਾਜਿਕ ਜ਼ਿਆਦਾ ਹੈ ਜੀ। ਜਿਸ ਤਰ੍ਹਾਂ ਦਾ ਸਮਾਜ ਪਰ ਰਲਗੱਡ ਵੀ ਤਾਂ ਹੋ ਗਈਆਂ ਨਾ ਦੋਵੇਂ ਚੀਜ਼ਾਂ। ਬਿਲਕੁਲ ਰਲਗੱਡ ਹੋ ਗਈ, ਬਿਲਕੁਲ। ਕਿਉਂਕਿ ਮੈਂ ਕਹਿ ਰਿਹਾ ਵੀ ਜਿਵੇਂ 50-100 ਸਾਲ 'ਚ ਦਿਮਾਗ ਦੇ ਆਕਾਰ ਤੇ ਤਾਂ ਕੋਈ ਨਾ ਅਸਰ ਨਹੀਂ ਪੈਂਦਾ, ਪਰ 50-100 ਸਾਲ ਦੇ ਵਿੱਚ ਸਮਾਜਿਕ ਤਬਦੀਲੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਆਈਆਂ ਜੀ। ਮੈਂ ਤਾਂ ਕਹਿੰਦਾ ਹੁੰਦਾ ਵੀ ਪੋਲੀਟੀਕਲ ਤਬਦੀਲੀਆਂ ਬਹੁਤ ਜਲਦੀ ਆਉਂਦੀਆਂ ਨੇ, ਸਮਾਜਿਕ ਤਬਦੀਲੀਆਂ ਜਿਹੜੀਆਂ ਵਾ ਉਹ ਉਸ ਤੋਂ ਘੱਟ ਤੇਜ਼ੀ ਨਾਲ ਆਉਂਦੀਆਂ ਨੇ, ਸੱਭਿਆਚਾਰਕ ਹੋਰ ਘੱਟ, ਤੇ ਜਿਹੜੀਆਂ ਅਸੀਂ ਕਹਿ ਦਿੰਦੇ ਹਾਂ ਵੀ ਸੱਭਿਅਤਾ ਦੇ ਪੱਧਰ ਦੇ ਉੱਤੇ ਉਸ ਤੋਂ ਹੌਲੀ ਜੀ, ਤੇ ਜਿਹੜੀਆਂ ਜੀਵ ਵਿਗਿਆਨਕ ਜਾਂ ਜੀਵਾਂ ਦੇ ਵਿਕਾਸ ਦੀਆਂ ਨੇ ਉਹ ਉਸ ਤੋਂ ਹੌਲੀ, ਤੇ ਜਿਹੜੀਆਂ ਧਰਤੀ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਧਰਤੀ ਹਿੱਲਣ ਦਾ ਜਿਹੜਾ ਸਕੇਲ ਹੈ, ਜਿਹਨੂੰ ਜਿਓਲੋਜੀਕਲ ਕਹਿੰਦੇ ਆ, ਉਹ ਉਸ ਤੋਂ ਹੌਲੀ। ਸੋ ਇਸ ਤਰ੍ਹਾਂ ਵੱਖਰੇ ਵੱਖਰੇ ਸਮੇਂ ਦੇ ਕਾਲ ਨੇ ਜਿਨ੍ਹਾਂ 'ਚ ਚੀਜ਼ਾਂ ਵਾਪਰਦੀਆਂ ਜੀ। ਦੇਖੋ, ਅਸੀਂ ਸਮਾਜ ਵਿਗਿਆਨ ਦੀ ਗੱਲ ਹੋਈ ਹੈ ਤਾਂ ਪਰਿਵਾਰ ਇਕਾਈ ਹੈ ਸਮਾਜ ਦੀ। ਤਾਂ ਪਰਿਵਾਰ ਦੇ ਵਿੱਚ ਅਗਰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਪਰਿਵਾਰ 'ਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹਦੇ ਉੱਤੇ ਜਿਸਮਾਨੀ ਤੌਰ ਤੇ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਨੇ ਉਹ। ਪਰ ਉਸ ਤੋਂ ਛੁਟਕਾਰਾ ਜਾਂ ਉਸ ਤੋਂ ਅੰਸ਼ਕ ਤੌਰ ਦੇ ਉੱਤੇ ਰਾਹਤ ਜਿਹੜੀ ਹੈ ਉਹ ਡਾਕਟਰ ਕੋਲ ਜਾ ਕੇ ਮਿਲ ਜਾਂਦੀ ਹੈ। ਡਾਕਟਰ ਉਹਨੂੰ ਮੈਡੀਕੇਸ਼ਨ ਤੇ ਲਗਾ ਦਿੰਦੇ ਆ, ਜਾਂ ਫਿਰ ਡਾਕਟਰ ਉਹਨੂੰ ਕਿਸੇ ਹੋਰ ਤਰ੍ਹਾਂ ਮੋਰਾਲ ਉਹਦਾ ਅਪ ਕਰ ਦਿੰਦੇ ਨੇ। ਹੁਣ ਆਪਾਂ ਜੇ ਇਸ ਪਰਿਵਾਰਕ ਇਕਾਈ ਨੂੰ ਸਮਾਜ ਦੇ ਉੱਤੇ ਆਪਾਂ ਉਹ ਲੈ ਕੇ ਜਾਈਏ, ਅਗਰ ਉੱਥੇ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਜਿਸ ਤਰ੍ਹਾਂ ਦਾ ਜਿਸਮਾਨੀ ਤੌਰ ਦੇ ਉੱਤੇ ਬੰਦੇ ਦੇ ਦਿਮਾਗ ਦੇ ਉੱਤੇ ਅੱਜ ਅਸਰ ਪੈ ਰਹੇ ਨੇ, ਆਪਾਂ ਭਾਵੇਂ ਜਟਕਾ ਭਾਈਚਾਰਾ ਹੈ ਸਾਡਾ, ਪਰ ਕੁੱਲ ਮਿਲਾ ਕੇ ਜਦੋਂ ਫਸਲ ਵੇਚਣੀ ਹੁੰਦੀ ਹੈ ਤਾਂ ਉਦੋਂ ਹਿਸਾਬ ਕਿਤਾਬ ਵੀ ਰੱਖਣੇ ਪੈਂਦੇ ਨੇ, ਘਾਟਾ ਵਾਧਾ ਵੀ ਵੇਖਣਾ ਪੈਂਦਾ ਹੈ, ਤੇ ਕਿ ਮੈਂ ਇੰਨਾ ਲਾਗਤ ਆਈ ਹੈ ਤੇ ਇਹ ਮੈਨੂੰ ਘਾਟਾ ਪੈ ਰਿਹਾ ਹੈ, ਤੇ ਕਿਸਾਨੀ ਕਰਜ਼ੇ ਵਿੱਚ ਵੀ ਫਸੀ ਹੋਈ ਹੈ। ਆਪਾਂ ਪਰਿਵਾਰਕ ਇਕਾਈ ਦੀ ਗੱਲ ਕੀਤੀ ਹੈ, ਪਰਿਵਾਰਾਂ ਦੇ ਵਿੱਚ ਬੱਚਿਆਂ ਦੀ, ਵਿਦਿਆਰਥੀਆਂ ਦੀ ਆਪਾਂ ਚਿੰਤਾ ਕਹਿ ਰਹੇ ਹਾਂ ਕਿ ਉਹ ਵੀ ਆਪਣੇ ਆਪ 'ਚ ਵਿਕਰਾਲ ਬਣਦੀ ਜਾ ਰਹੀ ਹੈ ਕਿ ਬੱਚੇ ਨੂੰ ਵਿਦੇਸ਼ ਭੇਜਣਾ, ਇੱਥੇ ਰੱਖਣਾ ਹੈ, ਇੱਥੇ ਗੁੰਡਾ ਅਨਸਰ ਵੀ ਜਿਹੜੇ ਨੇ ਪਨਪਰੇ ਨੇ। ਇਹ ਸਾਰੀਆਂ ਚੀਜ਼ਾਂ ਬਹੁਤ ਜਟਿਲ ਤੌਰ ਦੇ ਉੱਤੇ ਮਨੁੱਖ ਦੇ ਉੱਤੇ ਅਸਰ ਪਾਉਂਦੀਆਂ ਨੇ। ਤਾਂ ਤੁਸੀਂ ਕੋਈ ਇਹ ਸੁਝਾਅ ਜਾਂ ਇਸ ਤਰ੍ਹਾਂ ਦੀ ਆਪਾਂ ਗੱਲਬਾਤ ਨੂੰ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਵਿਸ਼ਾ ਆਪਾਂ ਲੈ ਸਕਦੇ ਹਾਂ ਕਿ ਜੋ ਸਥਿਤੀ ਅੱਜ ਜਿਸਮਾਨੀ ਤੌਰ ਤੇ ਮਨੁੱਖੀ ਦਿਮਾਗ ਦੀ ਹੈ, ਕਿਲੋ ਤੋਂ 1.25 ਕਿਲੋ ਦਾ, ਤਾਂ ਇਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਹੋਰ ਜਿਹੜਾ ਉਸ ਸਾਰੀਆਂ ਜਟਿਲਤਾਵਾਂ ਤੋਂ ਬਚਾਉਣ ਵਿੱਚ ਕਾਰਗਰ ਸਾਬਤ ਹੋ ਸਕਦਾ ਮਨੁੱਖ, ਕੁਝ ਢੰਗ ਤਰੀਕੇ ਅਪਣਾ ਕੇ ਜਾਂ ਕੋਈ ਰਸਤਾ? ਮੈਂ ਇਹਦੇ ਬਾਰੇ ਬਹੁਤਾ ਨਹੀਂ ਕੁਝ ਕਹਿ ਸਕਦਾ, ਮੇਰਾ ਸਿੱਧੇ ਤੌਰ ਤੇ ਵਿਸ਼ਾ ਨਹੀਂ ਹੈ ਜੀ। ਮੈਂ ਤੇ ਆਪਣੇ ਲੇਖ ਵਿੱਚ ਸੰਕੇਤ ਦਿੱਤੇ ਨੇ ਜੀ ਕਿ ਵਿਗਿਆਨ ਵੀ ਇਹ ਕਹਿ ਰਿਹਾ ਹੈ ਕਿ ਮਨੁੱਖਾਂ ਦੀ ਬਿਰਤੀ ਰਲ ਕੇ ਰਹਿਣ ਦੀ ਹੈ, ਤੇ ਇਹ ਜੇ ਅਸੀਂ ਉਧਰ ਨੂੰ ਥੋੜਾ ਜਿਹਾ ਤੁਰਾਂਗੇ
ਕਿ ਅਸੀਂ ਮਨੁੱਖ ਨੂੰ ਜਦੋਂ ਅਸੀਂ ਠੀਕ ਵੀ ਕਰਨਾ ਉਹਦੀਆਂ ਸਮੱਸਿਆਵਾਂ ਨੂੰ, ਤੇ ਅਸੀਂ ਉਹਨੂੰ ਇੱਕ ਇਕਾਈ ਦੇ ਰੂਪ 'ਚ ਨਾ ਵੇਖੀਏ ਜੀ, ਉਹਨੂੰ ਇੱਕ ਪਰਿਵਾਰ ਦਾ ਇੱਕ ਜਿਹੜਾ ਸਾਡਾ ਸਮਾਜ ਆ ਜਾਂ ਜਿਹੜੀ ਕਮਿਊਨਿਟੀ ਆ ਉਹਦਾ ਹਿੱਸੇ ਦੇ ਤੌਰ ਤੇ ਵੇਖੀਏ। ਤੇ ਅਸੀਂ ਕਈ ਵਾਰੀ ਉਹਨੂੰ ਸਿੱਧਾ ਹੀ ਵੇਖਦੇ, ਤੂੰ ਡਿਪਰੈਸ਼ਨ ਆ, ਇਹ ਦਵਾਈ ਖਾ ਲਾ। ਉਹਦੇ ਨਾਲੋਂ ਦੇਖਣਾ ਚਾਹੀਦਾ ਵੀ ਇਹ ਕਿੰਨਾ ਕਿੰਨਾ ਹੋਰ ਬੰਦਿਆਂ ਨਾਲ, ਗਰੁੱਪਾਂ ਨਾਲ ਕਨੈਕਟਡ ਹੈ, ਤੇ ਉਹ ਸਾਰੇ ਨੂੰ ਇੱਕ ਸਮੂਹ ਦੇ ਤੌਰ ਤੇ ਜੇ ਅਸੀਂ ਵਾਚੀਏ ਤੇ ਮੈਨੂੰ ਲੱਗਦਾ ਕਿ ਸਾਨੂੰ ਬਿਹਤਰ परिणाम ਮਿਲ ਸਕਦਾ। ਜਿਸ ਪੱਧਰ ਦੇ ਉੱਤੇ ਸਾਡਾ ਆਪਾਂ ਦਿਮਾਗ ਦਾ ਸਾਈਜ਼ ਹੈ, ਬ੍ਰੇਨ ਸਾਈਜ਼ ਹੈ ਜਿਹੜਾ ਮਨੁੱਖ ਦਾ, ਉਹ ਸਪੋਰਟ ਵੱਧ ਕਰੇਗਾ ਅਗਰ ਉਸ ਤਰੀਕੇ ਨੂੰ ਅਪਣਾਵਾਂਗੇ ਆਪਾਂ। ਨਹੀਂ, ਕਿਉਂਕਿ ਕਲੈਕਟਿਵਲੀ ਕਰਨਾ ਪੈਣਾ ਸਾਰਾ। ਬ੍ਰੇਨ ਸਾਈਜ਼ ਦੀ ਜਿਹੜੀ ਗੱਲ ਹੈ ਉਹ ਤਾਂ ਬੜੀ ਸਾਫ਼ ਆ ਕਿ ਜਦੋਂ ਦਿਮਾਗ ਰਲ ਕੇ ਕੰਮ ਕਰਦੇ ਆ ਜੀ, ਤੇ ਉਹ ਬਹੁਤ ਵੱਡੇ ਕੰਮ ਕਰ ਲੈਂਦੇ ਜਿਹੜਾ ਇਕੱਲਾ ਬੰਦਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਹ ਅੱਜ ਵੀ ਹੋ ਰਿਹਾ, ਮੈਂ ਨਹੀਂ ਕਹਿੰਦਾ ਵੀ ਅੱਜ ਨਹੀਂ ਹੋ ਰਿਹਾ ਜੀ। ਹੁਣ ਤੁਸੀਂ ਵੇਖੋ ਕਿ ਜਿਹੜੇ ਤਜਰਬੇ CERN ਵਿੱਚ ਹੋ ਰਹੇ ਆ, ਉੱਥੇ ਹਜ਼ਾਰ ਵਿਗਿਆਨੀ ਇਕੱਠਾ ਰਲ ਕੇ ਸਮੱਸਿਆ ਦਾ ਹੱਲ ਕੱਢਦਾ ਹੈ। ਤੇ ਉਹ ਜਿੱਥੇ 1000 ਵਿਗਿਆਨੀ ਇਕੱਠਾ ਕੰਮ ਕਰਦਾ ਹੈ, ਜਿਹੜੀ ਖੋਜ ਉੱਥੇ ਹੁੰਦੀ ਹੈ ਉਹ ਬੜੀ ਵੱਖਰੀ ਕਿਸਮ ਦੀ ਹੁੰਦੀ ਹੈ ਉਸ ਖੋਜ ਨਾਲੋਂ ਜਿੱਥੇ ਇੱਕ ਵਿਗਿਆਨੀ ਇੱਕ ਕਮਰੇ 'ਚ ਬਹਿ ਕੇ ਕੰਮ ਕਰਦਾ ਹੈ ਜੀ, ਹੈ ਨਾ। ਸੋ ਗੱਲ ਤੇ ਹੈ ਵੀ ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਸਾਂ ਕਿ ਅੱਜ ਦੀ ਜੀਵ ਵਿਗਿਆਨ ਦੀ ਖੋਜ ਵੀ ਇਹ ਕਹਿ ਰਹੀ ਹੈ ਕਿ ਮਨੁੱਖ ਨੇ ਜਦੋਂ ਰਲ ਕੇ ਕੰਮ ਕਰਨੇ ਸ਼ੁਰੂ ਕੀਤੇ ਤੇ ਇਕੱਲੇ ਦਿਮਾਗ ਦੇ ਵੱਡੇ ਆਕਾਰ ਨਾਲੋਂ ਰਲ ਕੇ ਸਾਰੇ ਦਿਮਾਗਾਂ ਨੇ ਇੱਕ ਬਹੁਤ ਵੱਡੇ ਦਿਮਾਗ ਦੇ ਰੂਪ 'ਚ ਵੀ ਕੰਮ ਕੀਤਾ ਜਾ ਸਕਦਾ ਹੈ, ਜਿਹਦੀ ਅੱਜ ਸਾਨੂੰ ਘੱਟ ਸਮਝ ਇਸ ਕਰਕੇ ਵੀ ਆ ਰਹੀ ਆ ਵੀ ਅਸੀਂ ਟੁੱਟ ਚੁੱਕੇ। ਪਹਿਲੇ ਲੋਕੀ ਕਹਿੰਦੇ ਸੀ ਕਿ ਆਹ ਸਾਰਾ ਪਰਿਵਾਰ ਹੈ ਜਿਹੜਾ ਇਹਦੇ ਵਿੱਚ ਇੱਕ ਸਾਂਝੀ ਗੱਲ ਹੈ, ਉਹ ਹੁਣ ਘਟਦੀ ਜਾ ਰਹੀ ਹੈ। ਹੋ ਸਕਦਾ ਪਹਿਲੇ ਇਸ ਤੋਂ ਵੀ ਵੱਡੇ ਪੱਧਰ ਤੇ ਹੁੰਦੀ ਹੋਵੇ। ਜੇ ਤੁਸੀਂ ਪੁਰਾਣੀਆਂ ਜਿਹੜੇ ਕਬੀਲੇ ਹੈ ਉਹਨਾਂ ਦੀ ਗੱਲ ਕਰੋ ਤੇ ਸਾਲ 'ਚ ਇੱਕ ਦਿਨ ਉਹ ਸਾਰਾ ਕਬੀਲਾ ਇੱਕ ਬੰਦੇ 'ਚ ਆ ਜਾਂਦਾ, ਫਿਰ ਉਹਨੂੰ ਜੋ ਪੁੱਛਦੇ ਆ ਉਹ ਕਬੀਲੇ ਦੇ ਜਵਾਬ ਦਿੰਦਾ ਹੈ, ਫੈਸਲੇ ਵੀ ਕਰਾ ਦਿੰਦਾ ਹੈ, ਜੱਜਮੈਂਟ ਵੀ ਕਰ ਦਿੰਦਾ ਹੈ, ਸਭ ਕੁਝ ਕਰ ਦਿੰਦਾ ਹੈ। ਉਦੋਂ ਉਹ ਮਨੁੱਖ ਨਹੀਂ ਰਹਿੰਦਾ, ਉਹ ਕਬੀਲਾ ਬਣ ਜਾਂਦਾ ਹੈ, ਕਿਉਂਕਿ ਉਹ ਸਾਰਾ ਕਬੀਲਾ ਇਕੱਠਾ ਹੁੰਦਾ ਹੈ, ਉਹਨਾਂ ਦਾ ਕੁਝ ਉਹਨਾਂ ਦੇ ਆਪਣੇ ਤਰੀਕੇ ਹੁੰਦੇ। ਉਸ ਤੋਂ ਬਾਅਦ ਉਹ ਕਹਿੰਦੇ ਵੀ ਹਾਂ ਇਹ ਬੰਦਾ ਅੱਜ ਕਰੂ। ਜਦੋਂ ਉਹਨੂੰ ਸੀਟ ਤੇ ਬਿਠਾ ਦਿੰਦੇ ਜੀ, ਉਹ ਸੀਟ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਦਿਮਾਗ ਇੱਕ ਕਿਸਮ ਨਾਲ ਰਲ ਜਾਂਦੇ ਜੀ। ਬਿਲਕੁਲ, ਜੋ ਬੋਰਡ ਆਫ ਡਾਇਰੈਕਟਰਸ ਜਿਹੜਾ ਹੈ ਉਹ ਇਹ ਧਾਰਨਾ ਮੇਰੇ ਖਿਆਲ ਇੱਥੋਂ ਹੀ ਆਈ ਹੈ। ਤੇ ਉਸ ਤੋਂ ਵੀ ਜਿਹੜੀ ਵੱਡੀ ਮਿਸਾਲ ਆਪਾਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ 'ਚ ਵੀ ਰਾਮ ਜਨਮ ਭੂਮੀ ਵਰਗਾ ਕੋਈ ਮਸਲਾ ਆਵੇ ਜਾਂ ਇਸ ਤਰ੍ਹਾਂ ਦਾ ਪੇਚੀਦਾ ਮਸਲਾ ਆਵੇ ਤਾਂ ਉੱਥੇ ਵੀ ਕਨਸਟੀਟਿਊਸ਼ਨਲ ਬੈਂਚ ਬੈਠਦਾ ਹੈ, ਬਿਲਕੁਲ, ਜਿਸ 'ਚ ਵੱਡੇ। ਤੁਸੀਂ ਇਹ ਵੀ ਵੇਖੋ, ਇੱਕ ਹੋਰ ਵੀ ਸੰਕੇਤ ਮਿਲਦਾ ਹੈ ਕਿ ਜਦੋਂ ਅਸੀਂ ਸਾਰੇ ਜਣੇ ਇਕੱਠੇ ਹੁੰਦੇ ਹਾਂ ਜੀ, ਉਦੋਂ ਜਿਨ੍ਹਾਂ ਕੰਮਾਂ ਨੂੰ ਅਸੀਂ ਸਮਾਜ ਵਿੱਚ ਚੰਗੇ ਨਹੀਂ ਗਿਣਦੇ ਜਾਂ ਗਲਤ ਗਿਣਦੇ ਹਾਂ, ਅਸੀਂ ਹਮੇਸ਼ਾ ਉਹ ਪ੍ਰਾਈਵੇਟਲੀ ਕਰਦੇ ਹਾਂ। ਹੁਣ ਮੈਂ ਸਾਰਿਆਂ ਦੇ ਸਾਹਮਣੇ ਤੁਹਾਡੀ ਜੇਬ 'ਚੋਂ ਤੁਹਾਡਾ ਬਟੂਆ ਨਹੀਂ ਖਿੱਚੂਗਾ। ਇਹਦਾ ਮਤਲਬ ਪਹਿਲਾਂ ਵੀ ਸਮਾਜ ਇਸ ਤਰ੍ਹਾਂ ਬਣਿਆ ਹੈ ਕਿ ਸਮੂਹ ਦੇ ਵਿੱਚ ਜ਼ਿਆਦਾ ਸਿਆਣਪ ਹੈ। ਸਮੂਹ ਦੇ ਸਾਹਮਣੇ ਅਸੀਂ ਬਹੁਤ ਸਾਰੇ ਕੰਮ ਨਹੀਂ ਕਰਨੇ ਚਾਹੁੰਦੇ। ਸਮੂਹ 'ਚ ਅਸੀਂ ਚੰਗਾ ਵੀ ਬਣਦੇ ਆ, ਚੰਗਾ ਕੰਮ ਵੀ ਕਰਦੇ। ਇਹਦਾ ਮਤਲਬ ਸਮੂਹ ਸਾਨੂੰ, ਜੇ ਸਮੂਹ 'ਚ ਰਵਾਂਗੇ ਤੇ ਅਸੀਂ ਵੱਧ ਸਮਾਂ ਚੰਗੇ ਬਣੇ ਰਵਾਂਗੇ। ਸੋ ਸਮੂਹ 'ਚ ਰਹਿਣ ਦੇ ਹੋਰ ਵੀ ਬੜੇ ਫਾਇਦੇ ਨੇ। ਪਰ ਮੈਂ ਤਾਂ ਸਿਰਫ ਗੱਲ ਇੱਧਰ ਨੂੰ ਲਿਆਉਣੀ ਚਾਹੁੰਦਾ ਸਾਂ ਕਿ ਜੀਵ ਵਿਗਿਆਨ ਵੀ ਇਹ ਕਹਿੰਦਾ ਹੈ ਕਿ ਸਮੂਹਿਕ ਗਤੀਵਿਧੀਆਂ ਨਾਲ ਹੀ ਮਨੁੱਖ ਅੱਗੇ ਵਧਿਆ ਹੈ ਔਰ ਛੋਟੇ ਦਿਮਾਗ ਨਾਲ ਉਹਨੇ ਵੱਡੇ ਕੰਮ ਕਰ। ਹਾਲਾਂਕਿ ਤੁਸੀਂ ਖੁਦ ਸ਼ੁਰੂਆਤ 'ਚ ਕਿਹਾ ਹੈ ਕਿ ਇਹ ਤੁਹਾਡਾ ਵਿਸ਼ਾ ਨਹੀਂ, ਬਟ ਤੁਹਾਡਾ ਇੰਟਰਸਟ ਜੋ ਹੈ ਇਸ 'ਚ ਹੋਇਆ ਸੀ ਕਿਉਂਕਿ ਵਿਦੇਸ਼ ਦੀ ਸਟੱਡੀ ਹੈ ਤਾਜ਼ਾ ਜੀਵ ਵਿਗਿਆਨ ਬਾਰੇ ਕਿ ਮਨੁੱਖੀ ਦਿਮਾਗ ਦਾ ਜਿਹੜਾ ਜਿਸਮਾਨੀ ਤੌਰ ਦੇ ਉੱਤੇ ਵਿਕਾਸ ਹੋਇਆ ਉਸ ਦਾ ਅੱਜ ਦੀ ਮਨੁੱਖਤਾ ਦੇ ਉੱਤੇ ਕੀ ਅਸਰ ਪੈ ਰਿਹਾ ਹੈ। ਜੀਵ ਵਿਗਿਆਨ ਅੱਗੇ ਬਾਰੇ ਕੋਈ ਸੰਕੇਤ ਦੇ ਰਹੀ ਹੈ ਜੀ ਕਿ ਸਾਈਜ਼ ਵਧੇਗਾ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਜੀਵ ਵਿਗਿਆਨਕ ਜਾਂ ਜੀਵਾਂ ਦੇ ਵਿਕਾਸ ਦੇ ਜਿਹੜੇ ਸਮੇਂ ਦਾ ਜਿਹੜਾ ਪੈਮਾਨਾ ਹੈ ਜੀ, ਉਹ ਕਾਫੀ ਲੰਬਾ ਹੁੰਦਾ ਹੈ ਜੀ। ਉਹਦੇ 'ਚ 50-100 ਸਾਲ ਨੂੰ ਕੁਝ ਖਾਸ ਨਹੀਂ ਗਿਣਿਆ ਜਾਂਦਾ। ਹਾਂ, ਬਿਲਕੁਲ। ਸੋ ਇਸ ਕਰਕੇ 200-300 ਸਾਲ ਤੋਂ ਜਿਹੜਾ ਅਸੀਂ ਹੁਣ ਦਾ ਸਮਾਜ ਬਣਾਇਆ ਦਾ ਕੀ ਅਸਰ ਹੋਏਗਾ ਉਹ ਤਾਂ ਹੀ ਪਤਾ ਲੱਗੇਗਾ ਜੇ 1000 ਸਾਲ ਇੱਧਰ ਨੂੰ ਚੱਲੀ ਦੁਨੀਆ। ਹੋ ਸਕਦਾ ਦੁਨੀਆ ਅੱਗੇ ਪਿੱਛੇ ਹੋ ਜਾਏ, ਉੱਪਰ ਥੱਲੇ ਕੁਝ ਕਈ ਕੁਝ ਆ ਜਾਏ। ਪਰ ਇਹੀ ਹੈ ਕਿ ਹੁਣ ਇਹ ਐਪ ਜਿਹੜੀ ਅਸੀਂ ਵੱਧ ਤੋਂ ਵੱਧ ਬਾਹਰ, ਜਿਵੇਂ ਹੁਣ ਪਹਿਲੇ ਵੇਖੋ ਅਸੀਂ ਲਾਇਬ੍ਰੇਰੀਆਂ 'ਚ ਕਿਤਾਬਾਂ ਤਾਂ ਹੈਗੀਆਂ ਸੀ, ਅਸੀਂ ਕਿਤਾਬਾਂ ਤੇ ਲਿਖਦੇ ਸਾਂ, ਪਰ ਹਿਸਾਬ ਕਿਤਾਬ ਮਨੁੱਖ ਹੀ ਕਰਦੇ ਸੀ। ਫਿਰ ਕੰਪਿਊਟਰ ਆ ਗਏ, ਹੁਣ ਮਨੁੱਖ ਹਿਸਾਬ ਕਿਤਾਬ ਵੀ ਨਹੀਂ ਕਰ ਰਿਹਾ। ਜੇ ਲੰਬਾ ਸਮਾਂ ਤੱਕ ਅਸੀਂ ਜਿਹੜੀਆਂ ਮਸ਼ੀਨਾਂ ਨਾਲ ਕੰਮ ਕਰਾਂਗੇ ਤੇ ਇਹਦਾ ਵੀ ਸਾਡੇ ਤੇ ਅਸਰ ਪਏਗਾ। ਉਹਦਾ ਜਿਸਮਾਨੀ ਤੌਰ ਤੇ ਦਿਮਾਗੀ ਤੌਰ ਤੇ ਵੀ ਅਸਰ, ਦਿਮਾਗ ਦੇ ਸਾਈਜ਼ ਤੇ ਵੀ ਅਸਰ ਪਏਗਾ। ਸਾਈਜ਼ ਤੇ ਵੀ ਪੈ ਸਕਦਾ। ਇਹ ਹੁਣ ਵੱਖਰੀ ਗੱਲ ਆ ਵੀ ਕਿਸ ਤਰ੍ਹਾਂ ਪੈਂਦਾ। ਕਮ ਸੇ ਕਮ ਇਹ ਤੇ ਹੋਏਗਾ ਵੀ ਜਦੋਂ ਮੈਂ ਆਪਣੀ ਖੋਜ ਕਰਦਾ ਭੌਤਿਕ ਵਿਗਿਆਨ ਦੀ ਜੀ, ਤੇ ਪਹਿਲੇ ਮੈਂ ਜਿਹੜੇ ਪੈਨ ਐਂਡ ਪੇਪਰ ਨਾਲ ਸਭ ਕੁਝ ਕੈਲਕੂਲੇਟ ਕਰਦਾ ਸਾਂ, ਉਸ ਤੋਂ ਬਹੁਤ ਸਾਰਾ ਕੰਮ ਹੁਣ ਕੰਪਿਊਟਰ ਕਰ ਦਿੰਦਾ ਜੀ। ਇਹਦਾ ਮਤਲਬ ਮੈਨੂੰ ਸੋਚਣ ਦਾ ਮੌਕਾ ਵੱਧ ਮਿਲਦਾ ਜੀ, ਹੈ ਨਾ। ਜਿਹੜੇ ਆਈਡੀਆ ਲੈਵਲ ਦੀ ਥਿੰਕਿੰਗ ਹੈ ਉਹਦਾ ਮੌਕਾ ਵੱਧ ਮਿਲਦਾ, ਕਿਉਂਕਿ ਜਿਹੜਾ ਨਾਰਮਲ ਜਿਹਾ ਕੰਮ ਹੈ ਉਹ ਕੰਪਿਊਟਰ ਕਰ ਸਕਦਾ, ਕੋਈ ਮਸ਼ੀਨ ਕਰ ਸਕਦੀ। ਹੁਣ ਇਹਦਾ ਕੀ ਅਸਰ ਪਏਗਾ, ਇੱਕ ਬਹੁਤ ਰੌਚਕ ਸਵਾਲ ਹੈ ਕਿ ਦਿਮਾਗ ਦਾ ਆਕਾਰ ਘਟੇਗਾ ਜਾਂ ਵਧੇਗਾ, ਜਾਂ ਕਿਸ ਤਰ੍ਹਾਂ ਮਨੁੱਖ ਦਾ ਜਿਹੜਾ ਦਿਮਾਗ ਹੈ ਇਹਨੂੰ ਕਿਸ ਤਰ੍ਹਾਂ ਲਏਗਾ ਜੀ। ਮੈਂ ਇਸ ਨੂੰ ਸਵਾਲ ਨੂੰ ਥੋੜਾ ਜਿਹਾ ਹੁਣ ਪਿੱਛੇ ਲੈ ਜਾ, ਇਸੇ ਸਵਾਲ ਨੂੰ
ਜਦੋਂ ਮਨੁੱਖ ਨੇ ਆਪਣੇ ਪੂਰਵਜ ਬਾਂਦਰ ਤੋਂ ਜਿਹੜਾ ਵੱਖਰੀ ਹੋਈ ਸੀ ਮਨੁੱਖ ਜਾਤੀ, ਉਦੋਂ ਕਿਸ ਤਰ੍ਹਾਂ ਕੋਈ ਅਸਰ ਪਿਆ ਸੀ? ਕੁਝ ਡਿਸਕ੍ਰਾਈਬ ਉਦੋਂ ਦੀ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਵੱਖਰਾ ਹੋਇਆ ਸੀ ਮਨੁੱਖ ਬਾਂਦਰ ਤੋਂ? ਨਹੀਂ, ਉਹ ਤਾਂ ਵੇਖੋ ਜਿਹੜੀ ਨਵੇਂ ਮੈਂ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਅੱਗੇ ਜਾ ਕੇ ਅਸੀਂ ਕਿਸੇ ਇਸ ਤਰ੍ਹਾਂ ਦੇ ਇਨਸਾਨ ਤੋਂ ਵੀ ਵੱਖਰੇ ਹੋ ਸਕਦੇ ਆ? ਹੋ ਸਕਦੇ ਆ, ਆਕਾਰ ਵੱਧ ਕੋਈ ਹੋਰ ਤਰ੍ਹਾਂ ਦਾ ਇਨਸਾਨ ਆ ਸਕਦਾ ਫਿਰ? ਬਿਲਕੁਲ ਹੋਰ ਤਰ੍ਹਾਂ ਦਾ, ਮਤਲਬ ਵੀ ਆਕਾਰ ਵੱਧ ਸਕਦਾ, ਘਟ ਸਕਦਾ, ਕੋਈ ਹੋਰ ਨਵੀਆਂ ਚੀਜ਼ਾਂ ਆ ਸਕਦੀਆਂ, ਬਿਲਕੁਲ ਆ ਸਕਦੀਆਂ, ਕਿਉਂ ਨਹੀਂ ਆ ਸਕਦੀਆਂ ਜੀ। ਵੈਸੇ ਤੇ ਜਦੋਂ ਮਨੁੱਖ ਪੈਦਾ ਹੋ ਕੇ ਮਤਲਬ ਜਨਮ ਆਪਣੇ ਪੂਰਵਜਾਂ ਤੋਂ ਅਲੱਗ ਹੋਇਆ ਜੀ, ਤੇ ਉਸ ਤੋਂ ਬਾਅਦ ਬਹੁਤ ਚਿਰ ਤੇ ਉਹ ਅਫਰੀਕਾ 'ਚ ਹੀ ਰਿਹਾ, ਫਿਰ ਉਹ ਸਾਰੀ ਦੁਨੀਆ 'ਚ ਫੈਲ ਗਿਆ। ਬੈਕਟੀਰੀਆ ਤੋਂ ਜਦੋਂ ਮਨੁੱਖ ਜ਼ਿੰਦਗੀ ਹੋਂਦ ਚ ਆਈ ਹਾਂਜੀ, ਤਾਂ ਅਫਰੀਕਾ 'ਚ ਆਈ? ਨਹੀਂ, ਜ਼ਿੰਦਗੀ ਉਸ ਤੇ ਵੀ ਰੋਸ਼ਨੀ ਹੋਂਦ 'ਚ ਆਈ, ਇਹ ਤਾਂ ਬਹੁਤ ਵੱਡਾ ਸਵਾਲ ਆ, ਸਮੁੰਦਰ 'ਚ ਆਈ, ਕਿੱਥੇ ਆਈ? ਪਰ ਜਿਹੜੇ ਮਨੁੱਖ ਦੇ ਪੂਰਵਜ ਸੀ ਉਹ ਪੱਕਾ ਪਤਾ ਵੀ ਅਫਰੀਕਾ 'ਚ ਰਹਿੰਦੇ ਸੀ ਜੀ, ਉੱਥੇ ਹੀ ਮਨੁੱਖ ਬਣਿਆ ਤੇ ਉੱਥੋਂ ਫਿਰ ਉਹ ਸਾਰੀ ਦੁਨੀਆ 'ਚ ਫੈਲਿਆ। ਇਹਦੇ ਤੇ ਹੁਣ ਪੂਰੇ ਪ੍ਰਣਾਮ ਸਾਨੂੰ ਮਿਲਦੇ ਆ ਵਿਗਿਆਨ ਦੇ ਰਾਹੀਂ ਕਿ ਅਸੀਂ ਦੱਸ ਸਕਦੇ ਹਾਂ ਵੀ ਕਿੱਥੇ ਮਨੁੱਖ ਕਦੋਂ ਆਇਆ। ਪਰ ਸਾਰੇ ਮਨੁੱਖ ਇੱਕੋ ਥਾਂ ਤੇ ਪੈਦਾ ਹੋਏ। ਉਹ ਮੈਂ ਇੱਕ ਪਿਛਲੇ ਆਪਣੇ ਲੇਖ 'ਚ ਗੱਲ ਲਿਖੀ ਸੀ ਕਿ ਅਫਰੀਕਾ ਤੋਂ ਪੈਦਾ ਹੋ ਕੇ ਸਾਰੇ ਥਾਵਾਂ ਤੇ ਗਏ। ਵੈਸੇ ਮਨੁੱਖ ਵਰਗੇ ਹੋਰ ਜੀਵ ਵੀ ਹੈਗੇ ਸੀ, ਜਿਵੇਂ ਨਿਐਂਡਰਥਾਲ, ਡੈਨੀਸੋਵਾ, ਕ੍ਰੋਮੈਗਨਨ, ਜਿਹੜੇ ਮਨੁੱਖ ਨਹੀਂ ਸੀ, ਮਨੁੱਖ ਵਰਗੇ ਸੀ, ਉਹ ਵੀ ਅਫਰੀਕਾ 'ਚ ਪੈਦਾ ਹੋਏ। ਉਹ ਲੁਪਤ ਹੋ ਗਏ, ਉਹ ਵੀ ਦੁਨੀਆ ਸਾਰੀ 'ਚ ਫੈਲੇ, ਉਹ ਲੁਪਤ ਹੋ ਗਏ। ਤੇ ਕਿਹਾ ਜਾਂਦਾ ਵੀ ਉਹਨਾਂ ਨੂੰ ਮਨੁੱਖ ਨੇ ਲੁਪਤ ਕਰ ਦਿੱਤਾ, ਕਿਉਂਕਿ ਇੱਕੋ ਜਿਹੇ ਥਾਵਾਂ ਤੇ ਰਹਿਣਾ ਸੀ, ਉਹੀ ਗੁਫਾਵਾਂ ਮਨੁੱਖ ਨੂੰ ਚਾਹੀਦੀਆਂ ਸੀ। ਮਨੁੱਖ ਦਾ ਕੋਈ ਇਸ ਤਰ੍ਹਾਂ, ਮਨੁੱਖ ਨੇ ਭਾਸ਼ਾ ਪਹਿਲੇ ਬਣਾਈ ਉਹਨਾਂ ਤੋਂ ਜੀ, ਤੇ ਮਨੁੱਖ ਦਾ ਆਪਸ 'ਚ ਗਰੁੱਪਾਂ 'ਚ ਰਹਿ ਕੇ ਇੱਕ ਗਲਬਾ ਇਹੋ ਜਿਹਾ ਪੈਦਾ ਹੋਇਆ ਕਿ ਮਨੁੱਖ ਨੇ ਉਹਨਾਂ ਨੂੰ ਸ਼ਾਇਦ ਮਤਲਬ ਜੋ ਮੰਨਿਆ ਜਾਂਦਾ ਕਿ ਖਤਮ ਕਰ ਦਿੱਤਾ ਜੀ। ਪਰ ਸਾਰੇ ਮਨੁੱਖ ਜਿਹੜੇ ਆ ਉਹ ਮਤਲਬ ਮਨੁੱਖ ਦੀ ਉਤਪਤੀ ਅਫਰੀਕਾ 'ਚ ਹੀ ਹੋਈ ਹੈ, ਵੱਖ-ਵੱਖ ਥਾਵਾਂ ਤੇ ਨਹੀਂ ਹੋਈ। ਤੇ ਵੈਸੇ ਤਾਂ ਅੱਜ ਵੀ ਬਹੁਤ ਮਨੁੱਖਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਬਾਂਦਰਾਂ ਵਰਗੇ ਨੇ, ਬਾਂਦਰਾਂ ਵਰਗੀਆਂ ਹਰਕਤਾਂ ਕਰਦੇ ਨੇ। ਚਲੋ ਉਹ ਤਾਂ ਕੁਝ ਹੋਰ ਵਿਸ਼ਾ ਹੈ। ਬਾਂਦਰ ਤੋਂ ਕਦੋਂ ਵੱਖ ਹੁੰਦਾ ਹੈ? ਇਹ ਪੁਰਾਣੀ ਕਾਫੀ ਗੱਲ ਹੈ, ਤਾਂ 10 ਲੱਖ ਸਾਲ ਤੋਂ ਵੀ ਪੁਰਾਣੀ ਗੱਲ ਹੈ ਜਦੋਂ ਬਾਂਦਰ ਤੋਂ ਵੱਖ ਹੁੰਦਾ। ਐਕਚੁਅਲੀ ਬਾਂਦਰ ਤੋਂ ਵੱਖ ਹੋਣ ਤੋਂ ਬਾਅਦ ਵੀ ਬਹੁਤ ਸਮਾਂ ਲੱਗਾ ਮਨੁੱਖ ਵੱਲ ਆਉਣ ਦਾ ਜੀ। ਜਿਹੜੇ ਮਤਲਬ ਜਿਵੇਂ ਗੁਰੀਲਾ, ਚੰਪੈਂਜ਼ੀ, ਇਹ ਸਾਡੇ ਨੇੜੇ ਨੇ ਜੀ, ਬਾਂਦਰ ਸਾਡੇ ਤੋਂ ਕਾਫੀ ਦੂਰ ਹੈ। ਉਹਦਾ ਤਾਂ ਟਰੀ ਮਿਲ ਜਾਂਦਾ ਹੈ ਕਿ ਕਦੋਂ ਇਹ ਅਲੱਗ ਹੋਏ ਸਾਰੇ ਜੀ। ਜੀਵ ਵਿਗਿਆਨ ਦੀ ਜਿਹੜੀ ਇਹ ਤਾਜ਼ਾ ਖੋਜ ਹੈ ਜੀ, ਮਨੁੱਖੀ ਦਿਮਾਗ ਦੇ ਸਾਈਜ਼ ਬਾਰੇ, ਇਹਦਾ ਅੱਗੇ ਜਾ ਕੇ ਕੀ ਮੈਂ ਲਾਸਟ ਸਵਾਲ ਵੱਲ ਜਾ ਰਿਹਾ ਜੀ ਕਿ ਅਪਲਾਈਡ ਕਿੱਦਾਂ ਇਹਨੂੰ ਗਿਣਦੇ ਆਪਾਂ? ਅਪਲਾਈਡ ਇਨ ਦਾ ਫੀਲਡ ਆਫ ਮੈਡੀਸਿਨ? ਨਹੀਂ ਮੈਨੂੰ ਪਤਾ। ਦੇਖੋ ਉਹਨਾਂ ਨੇ ਲੋਕਾਂ ਨੂੰ ਡਿਪਰੈਸ਼ਨ ਦੇ ਇਲਾਜ ਬਾਰੇ ਵੀ ਡੀਲ ਕਰਨਾ ਹੈ, ਉਹਨਾਂ ਨੇ ਸਾਈਕੈਟਰੀ ਦੇ ਇਲਾਜ ਬਾਰੇ ਵੀ ਇਹਦੇ ਵਿੱਚੋਂ ਹੀ ਕੱਢਣੀ ਹੈ। ਮੇਰਾ ਖਿਆਲ ਇਸ ਖੋਜ ਨੇ ਇੱਕ ਤਾਂ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਲੈ ਆਂਦੀ ਜੀ ਕਿ ਸਮੂਹਿਕ ਗਤੀਵਿਧੀਆਂ ਵੱਲ ਵਧਣਾ ਚਾਹੀਦਾ। ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ, ਕਿਉਂਕਿ ਇਸ ਵੇਲੇ ਅਸੀਂ ਉਲਟੇ ਪਾਸੇ ਜਾ ਰਹੇ ਹਾਂ। ਉਹਨੇ ਪਹਿਲਾਂ ਹੀ ਕਿਹਾ ਕਿ ਇੱਧਰ ਜਾਓ, ਇੱਧਰ ਨਾ ਜਾਓ। ਤੇ ਉਂਝ ਇਹ ਵੀ ਖੋਜ ਜਿਵੇਂ ਵਿਗਿਆਨ 'ਚ ਹੁੰਦੀ ਹੈ, ਹੁਣ ਇੱਕ ਹੋਰ ਪਰਚਾ ਆਇਆ ਜਿਹੜਾ ਉਸ ਖੋਜ ਨੂੰ ਦੁਬਾਰਾ ਕਰਕੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਵੀ ਦਿਮਾਗ ਦਾ ਆਕਾਰ ਘਟਿਆ ਵੀ ਆ ਕਿ ਨਹੀਂ ਘਟਿਆ। ਹੋਰ ਸੈਂਪਲ ਚਾਹੀਦੇ ਆ ਅਜੇ, ਤਾਂ ਇਹ ਖੋਜ ਨੂੰ ਹੀ ਅੱਗੇ ਵਧਾਉਣ ਦੀ ਲੋੜ ਹੈ ਔਰ ਇਹਦੇ ਜਿਹੜੇ ਤੱਥ ਹੈ ਉਹਨਾਂ ਨੂੰ ਸਥਾਪਿਤ ਕਰਨ ਦੀ ਲੋੜ ਹੈ ਜੀ। ਕੀ ਆਧਾਰ ਕੀ ਬਣੇ ਨੇ ਜੀ ਇਸ ਖੋਜ ਦੇ ਆਧਾਰ ਇਹੀ ਬਣੇ ਨੇ ਕਿ ਵੱਖਰੇ ਜਿਹੜੇ 10 ਲੱਖ ਸਾਲ ਦੇ ਸਮੇਂ 'ਚੋਂ ਸਾਨੂੰ ਸੈਂਪਲ ਮਿਲੇ ਹੈ ਜੀ, ਉਹਨਾਂ ਦੀਆਂ ਖੋਪਰੀਆਂ ਦੀ ਮਿਣਤੀ ਕਰਕੇ ਉੱਥੋਂ ਉਸ ਸਮੇਂ ਦੇ ਮਨੁੱਖ ਦੇ ਆਕਾਰ ਦੇ ਐਸਟੀਮੇਟ ਬਣਾਏ ਗਏ ਨੇ ਤੇ ਉਹਨਾਂ ਨੂੰ ਸਮੇਂ ਦੇ ਨਾਲ ਉਹ ਕਿਵੇਂ ਬਦਲੇ ਆ ਉਹਦਾ ਇੱਕ ਉਹਨਾਂ ਨੇ ਡੇਟਾ ਕੱਢ ਕੇ ਉਹਦੀ ਐਨਾਲਿਸਿਸ ਕੀਤੀ ਜੀ। ਕੋਈ ਹੋਰ ਸਰ ਗੱਲ ਕੋਈ ਰਹਿ ਗਈ ਹੋਵੇ ਜਿਹੜੀ, ਕਿਉਂਕਿ ਵਿਸ਼ਾ ਬਹੁਤ ਵੱਡਾ ਤੇ ਮੇਰਾ ਦਾ ਵਿਸ਼ਾ ਵੈਸੇ ਹੀ ਨਹੀਂ ਹੈਗਾ ਇਹ। ਜਰਨਲਿਸਟਾਂ ਦਾ ਦਿਮਾਗ ਤਾਂ ਹੁੰਦਾ ਹੀ ਇਸ ਤਰ੍ਹਾਂ ਦਾ ਹੈ ਕਿ ਮੇਰੀ ਖਬਰ ਮੈਂ ਪਹਿਲਾਂ ਕਰ ਜਾਂ ਦੂਜੇ ਨੂੰ ਤਾਂ ਪਤਾ ਵੀ ਨਹੀਂ ਲੱਗਣ ਦੇਣੀ, ਅਸੀਂ ਤਾਂ ਸਮੂਹਿਕ ਉਸ ਵੱਲ ਜਾਂਦੇ ਵੀ ਨਹੀਂ। ਸੋ ਇਸ ਕਰਕੇ ਕੋਈ ਹੋਰ ਗੱਲ ਰਹਿ ਗਈ ਹੋਵੇ ਤਾਂ? ਨਹੀਂ, ਮੇਰੇ ਖਿਆਲ ਹੋ ਹੀ ਗਈਆਂ ਗੱਲਾਂ ਸਾਰੀਆਂ ਆਪਣੀਆਂ। ਪਰ ਮੈਂ ਇੱਕ ਵਾਰੀ ਫਿਰ ਇਹ ਜ਼ਰੂਰ ਦੁਬਾਰਾ ਗੱਲ ਕਰਨੀ ਚਾਹਾਂਗਾ ਦਰਸ਼ਕਾਂ ਦੇ ਸਾਹਮਣੇ ਕਿ ਇਸ ਗੱਲ ਬਾਰੇ ਜ਼ਰੂਰ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ 2% ਟਿਸ਼ੂ, 30% ਊਰਜਾ ਸਾਡੇ ਦਿਮਾਗ ਦੇ ਅੰਦਰ। ਕਹਿੰਦੇ ਆ ਨਾ ਵੀ ਜੇ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤੇ ਸੋਚੋ, ਜਿੰਨੀ ਸੋਚ ਵਿਚਾਰ ਵੱਧ ਕਰੋਗੇ ਦਿਮਾਗ ਵੱਧ ਵਰਤੋਗੇ, ਉੱਥੇ ਸਭ ਤੋਂ ਊਰਜਾ ਜ਼ਿਆਦਾ ਲੱਗਦੀ ਆ। ਮਸਲ ਜਿਹੜੇ ਸਾਡੇ ਭੱਜਣ ਦੌੜਨ ਨਾਲ ਨਹੀਂ ਉਨੀ ਊਰਜਾ ਖਰਚ ਹੁੰਦੀ ਜਿੰਨੀ ਸੋਚਣ ਨਾਲ ਹੁੰਦੀ। ਆਪਾਂ ਕਹਿ ਦਿੰਦੇ ਆ ਕਿ ਫਿਕਰਾਂ 'ਚ ਸੁੱਕ ਗਿਆ ਬੰਦਾ, ਇੱਥੋਂ ਨਿਕਲੀ ਗੱਲ ਹੈ ਜੀ। ਪ੍ਰੋਫੈਸਰ ਅਰਵਿੰਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਸਾਹਿਬ, ਉਹਨਾਂ ਨਾਲ ਅਸੀਂ ਜੀਵ ਵਿਗਿਆਨ ਦੀ ਇਸ ਤਾਜ਼ਾ ਖੋਜ ਦੇ ਉੱਤੇ ਗੱਲ ਕੀਤੀ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ ਪਿਛਲੇ 10, 15, 20 ਲੱਖ ਸਾਲਾਂ ਤੋਂ ਜਦੋਂ ਮਨੁੱਖ ਦਾ ਆਕਾਰ, ਮਨੁੱਖ ਦੇ ਦਿਮਾਗ ਦਾ ਆਕਾਰ ਹੈ, ਉਹਦਾ ਜਿੱਦਾਂ ਵਿਸਥਾਰ ਹੋਇਆ ਹੈ, ਉਹ ਵਧਿਆ ਹੈ, ਉਸ ਦਾ ਅਸਰ ਜਿਹੜੀ ਮਨੁੱਖ ਦੇ ਬਿਹੇਵੀਅਰ ਤੇ ਪਿਆ ਹੈ। ਜੋ ਬਿਹੇਵੀਅਰ ਮਨੁੱਖ ਕਰਦਾ ਹੈ ਤੇ ਉਸ ਤੋਂ ਹੀ ਸਮਾਜ ਜਿਹੜਾ ਹੈ ਪ੍ਰਭਾਵਿਤ ਹੁੰਦਾ ਸਿੱਧੇ ਤੌਰ ਤੇ ਇੱਕ ਨਿਚੋੜਵਾਂ ਤੱਥ ਇਹ ਉੱਭਰ ਕੇ ਸਾਹਮਣੇ ਆਇਆ ਹੈ ਕਿ ਸਮੂਹਿਕ ਤੌਰ ਦੇ ਉੱਤੇ ਸਾਂਝੀਵਾਲਤਾ ਦੇ ਨਾਲ ਅਸੀਂ
ਜੋ ਕੰਮ ਕਰਦੇ ਆ, ਜਿਵੇਂ ਕੀੜੀਆਂ ਦੀ ਐਗਜ਼ਾਮਪਲ ਲਿੱਤੀ ਹੈ ਕਿ 10 ਕੀੜੀਆਂ ਦਾ ਦਿਮਾਗ ਬਹੁਤ ਵੱਡਾ ਹੋ ਜਾਂਦਾ, ਇੱਕ ਕੀੜੀ ਦਾ ਬਹੁਤ ਦਿਮਾਗ ਜਿਹੜਾ ਸੌੜਾ ਹੁੰਦਾ ਹੈ, ਛੋਟਾ ਹੁੰਦਾ ਹੈ, ਤਾਂ ਉਸ ਪਾਸੇ ਵੱਲ ਜਿਹੜਾ ਸਾਨੂੰ ਮੁਕਾਬਲੇਬਾਜ਼ੀ ਦਾ ਛੱਡ ਕੇ, ਜਿਸ ਤਰ੍ਹਾਂ ਦਾ ਆਪਾਂ ਆਧੁਨਿਕਤਾ ਤੇ ਉੱਤਰ ਆਧੁਨਿਕਤਾ ਨੂੰ ਦੇਖਦੇ ਹਾਂ, ਮਾਡਰਨਿਜ਼ਮ ਤੇ ਪੋਸਟ ਮਾਡਰਨਿਜ਼ਮ ਨੂੰ, ਜਿਹੜੇ ਸਾਹਿਤ ਦੇ ਵੀ ਵਿਦਿਆਰਥੀ ਰਹੇ ਹੋਣਗੇ ਤਾਂ ਉਹਨਾਂ ਨੇ ਪੜ੍ਹਿਆ ਹੋਏਗਾ ਕਿ ਆਪਾਂ ਉਸ ਚੀਜ਼ ਤੋਂ ਸੁਚੇਤ ਹੋ ਕੇ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣ ਦੀ ਲੋੜ ਹੈ। ਤੇ ਜਿਹੜੀ ਕੁਦਰਤ ਹੈ ਉਹ ਤਾਂ ਸਾਡੇ ਸਰੀਰ ਦੇ ਵਿੱਚ ਜਿਹੜਾ ਹੈ ਉਹ ਨਿਵੇਸ਼ ਕਰ ਹੀ ਰਹੀ ਹੈ ਆਪਣੇ ਤਰੀਕੇ ਦਾ। ਉਹ ਨਿਵੇਸ਼ ਅਸੀਂ ਸਮਝਿਆ ਹੈ ਪਿਛਲੇ 10 20 25 ਲੱਖ ਸਾਲਾਂ ਦੇ ਜਿਹੜੇ ਵਕਫੇ ਦੀ ਅਧਿਐਨ ਜਾਂ ਖੋਜ ਜਿਹੜੀ ਜੀਵ ਵਿਗਿਆਨ ਨੇ ਕੀਤੀ ਹੈ। ਬਹੁਤ ਸ਼ੁਕਰੀਆ ਸਰ ਜੀ, ਸਾਨੂੰ ਬਹੁਤ ਅੱਛਾ ਲੱਗਾ ਜੀ।